ਭਖਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ, ਨਾਲ ਹੀ ਸਾਡੇ ਨਾਲ ਮੋਹਾਲੀ ਤੋਂ ਜੁੜ ਰਹੇ ਨੇ ਸਬਦੀਪ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਡਿਬੇਟ ਨੰਬਰ 1 ਵਿੱਚ ਅਸੀਂ ਕੁਝ ਇੰਡੀਆ ਦੇ ਨੈਸ਼ਨਲ ਮੁੱਦੇ ਡਿਸਕਸ ਕਰਾਂਗੇ ਤੇ ਡਿਬੇਟ ਨੰਬਰ 2 ਵਿੱਚ ਸਾਡੀ ਟੀਮ ਅੱਜ ਲਾਈਵ ਦਿੱਲੀ ਦੇ NCR ਦੇ ਕੁਝ ਏਰੀਆ 'ਚ ਪਹੁੰਚ ਚੁੱਕੀ ਹੈ, ਜਿੱਥੋਂ ਕਿ ਡੀਮੋਨੇਟਾਈਜੇਸ਼ਨ ਬਾਰੇ ਦਿੱਲੀ ਦੇ ਲੋਕਾਂ ਨਾਲ ਲਾਈਵ ਗੱਲਬਾਤ ਕਰਾਂਗੇ ਤੇ ਜਾਣਾਂਗੇ ਦਿੱਲੀ ਦੇ ਲੋਕਾਂ ਦਾ ਜਾਂ ਦਿੱਲੀ ਦੇ ਵਿੱਚ ਅਜੇ ਕੀ ਹਾਲਾਤ ਨੇ। ਡਿਬੇਟ ਨੰਬਰ 2 'ਚ ਇਹ ਗੱਲਬਾਤ ਅਸੀਂ ਤੁਹਾਨੂੰ ਲਾਈਵ ਵਿਖਾਵਾਂਗੇ, ਪਰ ਡਿਬੇਟ ਨੰਬਰ 1 'ਚ ਇੰਡੀਅਨ ਪੋਲਿਟਿਕਸ ਤੋਂ ਸ਼ੁਰੂ ਕਰਦੇ ਹਾਂ। ਅੱਜ ਸਭ ਤੋਂ ਭਖਦੀ ਹੋਈ ਖਬਰ ਵੈਸਟ ਬੰਗਾਲ ਤੋਂ ਆਈ, ਜਿੱਥੇ ਕਿ ਵੈਸਟ ਬੰਗਾਲ ਦੇ ਇੱਕ MP ਜਿਨ੍ਹਾਂ ਨੂੰ ਕਿ CBI ਨੇ ਸੁਦੀਪ ਬੰਦੋਪਾਧਿਆ, ਜਿਨ੍ਹਾਂ ਨੂੰ ਕਿ CBI ਨੇ ਕੁਝ ਕੁਐਸਚਨਿੰਗ ਵਾਸਤੇ ਬੁਲਾਇਆ ਸੀ, ਪਰ ਕੁਐਸਚਨਿੰਗ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਉਸ ਤੋਂ ਬਾਅਦ ਵੈਸਟ ਬੰਗਾਲ ਦੇ ਵਿੱਚ ਮਾਹੌਲ ਤਣਾਅ ਭਰਾ ਬਣ ਗਿਆ। TMC ਅਤੇ BJP, ਤ੍ਰਿਣਮੂਲ ਕਾਂਗਰਸ ਅਤੇ BJP ਦੇ ਵਰਕਰਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਕਈ ਜਗ੍ਹਾ ਤੇ ਮੁਠਭੇੜ ਹੋਈ। ਪਰ ਜੇ ਗੱਲ ਕਰੀਏ ਤਾਂ TMC ਦੇ ਵਰਕਰਸ ਨੇ BJP ਦੇ ਹੈਡ ਆਫਿਸ ਉੱਤੇ ਪਥਰਾਵ ਕੀਤਾ, ਬਾਹਰ ਖੜੀਆਂ 10-12 ਕਾਰਾਂ ਤੋੜੀਆਂ ਅਤੇ ਜੋ ਪੁਲਿਸ ਦੀ ਜੇ ਗੱਲ ਮੰਨੀਏ ਤੇ 10-12 BJP ਦੇ ਵਰਕਰ ਨੇ ਜਿਨ੍ਹਾਂ ਨੂੰ ਕੀ ਸੱਟਾਂ ਵੀ ਆਈਆਂ। 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ। ਮੈਂ ਫਿਰ ਤੋਂ ਦੱਸਦਾ, ਇਹ ਸਾਰਾ ਮਾਮਲਾ TMC ਦੇ MP ਸੁਦੀਪ ਬੰਦੋਪਾਧਿਆ ਦੀ ਅਰੈਸਟ, ਜਿਨ੍ਹਾਂ ਨੂੰ ਕਿ CBI ਨੇ ਕੁਐਸਚਨਿੰਗ ਵਾਸਤੇ ਬੁਲਾਇਆ ਸੀ, ਉਹਨਾਂ ਦੀ ਅਰੈਸਟ ਤੋਂ ਬਾਅਦ TMC ਅਤੇ BJP ਦੇ ਵਰਕਰਾਂ ਵਿੱਚ ਹੋਈਆਂ ਮੁਠਭੇੜ, ਕਾਫੀ ਜ਼ਿਆਦਾ ਕਲੈਸ਼ਸ ਹੋਏ ਤੇ ਅਖੀਰ ਵਿੱਚ ਜੋ BJP ਦੇ ਹੈਡ ਆਫਿਸ ਉੱਤੇ ਜੋ ਕਿ ਪੁਲਿਸ ਹੈਡ ਆਫਿਸ ਤੋਂ ਸਿਰਫ 5 ਮਿੰਟ ਦੂਰ ਆ, ਉਹਦੇ ਉੱਤੇ TMC ਦੇ ਵਰਕਰ ਨੇ ਅਟੈਕ ਕੀਤਾ, ਤੋੜ-ਫੋੜ ਕੀਤੀ। ਤੇ ਜੇ BJP ਦੇ ਸੂਤਰਾਂ ਦੀ ਜਾਂ ਪੁਲਿਸ ਦੀ ਗੱਲ ਮੰਨੀਏ ਜਾਂ ਫਿਰ ਹੋਰ ਮੀਡੀਆ ਦੀ ਗੱਲ ਮੰਨੀਏ ਤੇ 12 BJP ਦੇ ਵਰਕਰਸ ਨੂੰ ਇਸ ਮੁਠਭੇੜ ਵਿੱਚ ਸੱਟ ਲੱਗੀ ਆ ਤੇ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ। ਜਦੋਂ ਦਾ TMC ਜਾਂ ਮਮਤਾ ਬੈਨਰਜੀ ਨੇ ਨੋਟਬੰਦੀ ਦਾ ਵਿਰੋਧ ਕੀਤਾ, ਉਦੋਂ ਦਾ ਹੀ ਮਮਤਾ ਬੈਨਰਜੀ ਵੱਲੋਂ ਇੱਕ ਗੱਲ ਕਹੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਸਕਦਾ ਸਾਨੂੰ ਅਰੈਸਟ ਕਰਨ, ਹੋ ਸਕਦਾ CBI ਨੂੰ ਇਸਤੇਮਾਲ ਕਰਨ। ਪਰ ਜੇ ਦੂਜੇ ਪਾਸੇ ਦੀ ਗੱਲ ਕਰੀਏ, ਜੇ BJP ਜਾਂ ਸੈਂਟਰ ਦੇ BJP ਦੇ ਸਪੋਕਸਪਰਸਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ CBI ਆਪਣਾ ਕੰਮ ਕਰ ਰਹੀ ਸੀ ਤੇ ਇੱਕ ਇਨਕੁਆਇਰੀ ਤੋਂ ਬਾਅਦ ਇਸ ਰੋਜ਼ ਵੈਲੀ ਚਿੱਟ ਫੰਡ ਵਿੱਚ ਜੇ CBI ਨੂੰ ਲੱਗਿਆ ਤੇ ਉਹਨਾਂ ਨੇ MP ਨੂੰ ਅਰੈਸਟ ਕੀਤਾ ਵਾ। ਅਰੈਸਟ ਤੋਂ ਤੁਰੰਤ ਬਾਅਦ TMC ਦੀ ਚੀਫ ਮਮਤਾ ਬੈਨਰਜੀ ਨੇ ਇੱਕ ਅਰਜੈਂਟ ਮੀਟਿੰਗ ਬੁਲਾਈ ਤੇ ਨਰਿੰਦਰ ਮੋਦੀ ਉੱਤੇ ਧਾਵਾ ਬੋਲਿਆ। ਨਾਲ ਹੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਗੁਜਰਾਤ ਰਾਇਟ ਵਿੱਚ ਗ੍ਰਿਫਤਾਰ ਕਰਨ ਦੀ ਗੱਲ ਕੀਤੀ। ਸਬਦੀਪ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰੂੰਗਾ। ਰੋਜ਼ ਵੈਲੀ ਚਿੱਟ ਫੰਡ ਵਿੱਚ TMC ਦੇ ਇੱਕ MP ਨੂੰ CBI ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਜੇ ਦੇਖੀਏ ਤੇ ਇਹ ਤੇ ਗੱਲ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਤ੍ਰਿਣਮੂਲ ਕਾਂਗਰਸ ਨੇ ਜਾਂ ਮਮਤਾ ਬੈਨਰਜੀ ਦੀ ਟੀਮ ਨੇ ਇਲਜ਼ਾਮ ਸਾਰਾ ਦਾ ਸਾਰਾ ਸੈਂਟਰ ਉੱਤੇ ਲਾਉਣਾ ਵਾ ਤੇ ਸੈਂਟਰ ਦੁਆਰਾ CBI ਨੂੰ ਆੜ ਵਿੱਚ ਲੈ ਕੇ TMC ਨੂੰ ਡਰਾਇਆ ਜਾ ਰਿਹਾ ਵਾ। ਇਹ ਗੱਲ ਕਹੀ ਜਾਣੀ ਆ। ਇਸ ਗੱਲ ਤੇ ਜ਼ਰੂਰ ਬਹਿਸ ਕਰਾਂਗੇ ਕਿ ਸੈਂਟਰ ਉੱਤੇ ਇਲਜ਼ਾਮ ਲਾਉਣਾ ਬਣਦਾ ਜਾਂ ਸੈਂਟਰ CBI ਨੂੰ ਇਸਤੇਮਾਲ ਕਰ ਰਿਹਾ। ਪਰ ਸਵਾਲ ਮੈਂ ਸਭ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੁੰਦਾ ਕਿ ਜੋ TMC ਦੇ ਵਰਕਰਸ ਨੇ ਕੀਤਾ, ਵੈਸਟ ਬੰਗਾਲ ਦੀ ਪੁਲਿਸ BJP ਦੇ ਹੈਡ ਆਫਿਸ ਨੂੰ ਬਚਾ ਨਹੀਂ ਪਾਈ, CRPF ਬਾਅਦ ਵਿੱਚ ਉੱਥੇ ਲਾਈ ਪਾਈ। ਇਹਦੇ ਵਿੱਚ ਮਮਤਾ ਬੈਨਰਜੀ ਦਾ ਜੋ ਕੰਮ ਕਰਨ ਦਾ ਜਾਂ ਐਜ਼ ਅ ਚੀਫ ਮਿਨਿਸਟਰ ਜੋ ਰੋਲ ਆ, ਉਹਦੇ ਉੱਤੇ ਮੈਂ ਤੁਹਾਡੀ ਟਿੱਪਣੀ ਜ਼ਰੂਰ ਚਾਹੂੰਗਾ। ਜੇ ਅਸੀਂ ਪਿਛਲੇ 20 ਸਾਲਾਂ ਦਾ ਰਿਕਾਰਡ ਦੇਖੀਏ ਸਿਆਸੀ ਪੱਧਰ ਦੇ ਉੱਤੇ ਤਾਂ CBI ਦੀ ਦੁਰਵਰਤੋਂ ਦੀਆਂ ਗੱਲਾਂ ਲਗਾਤਾਰ ਉੱਠਦੀਆਂ ਰਹੀਆਂ ਨੇ। ਕਿੰਨੀ ਵਾਰ ਉਹ 100% ਸਹੀ ਸੀ, ਕਿੰਨੀ ਵਾਰ ਉਹ 50% ਸਹੀ ਸੀ, ਇਹਦੇ ਬਾਰੇ ਬਹਿਸ ਕੀਤੀ ਜਾ ਸਕਦੀ ਹੈ। ਪਰ CBI ਦੀ ਦੁਰਵਰਤੋਂ ਜੇ ਕਾਂਗਰਸ ਦੀ ਸਰਕਾਰ ਹੋਵੇ ਤਾਂ BJP ਇਲਜ਼ਾਮ ਲਾਉਂਦੀ ਹੈ, ਜੇ BJP ਆ ਜਾਵੇ ਤਾਂ ਕਾਂਗਰਸ ਇਲਜ਼ਾਮ ਲਾਉਂਦੀ ਹੈ। ਇਸੇ ਤਰ੍ਹਾਂ ਜੇ ਅਸੀਂ ਪੰਜਾਬ ਦੇ ਵਿੱਚ ਆ ਜਾਈਏ
ਵਿਜੀਲੈਂਸ ਦੀ ਦੁਰਵਰਤੋਂ ਦੀਆਂ ਗੱਲਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਤਾਜ਼ਾ ਘਟਨਾ ਅਸੀਂ ਗੁਬਾਰ ਸਾਹਿਬ ਦੇ ਪ੍ਰਸੰਗ ਦੇ ਵਿੱਚ ਵੇਖ ਸਕਦੇ ਹਾਂ। ਸਵਾਲ ਇਹ ਹੈ ਕਿ ਜੇ ਅਸੀਂ ਪੱਛਮੀ ਬੰਗਾਲ ਦੇ ਪ੍ਰਸੰਗ ਦੇ ਵਿੱਚ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਲਗਾਤਾਰ ਰੇ ਸਾਹਿਬ ਦੇ ਰਾਜ ਤੋਂ ਲੈ ਕੇ ਅੱਜ ਤੱਕ ਜਿਹਦੇ ਵਿੱਚ ਦੀ ਲੈਫਟ ਦਾ 34 ਸਾਲ ਦਾ ਰਾਜ ਵੀ ਗੁਜ਼ਰ ਗਿਆ, ਇੱਕ ਗੱਲ ਜਿਹੜੀ ਕੰਟੀਨਿਊ ਆ ਇਸ ਰਾਜ ਦੇ ਵਿੱਚ ਉਹ ਇਹ ਹੈ ਕਿ ਵਰਕਰਾਂ ਦੀਆਂ ਝੜਪਾਂ ਹੁੰਦੀਆਂ। ਵਰਕਰ ਅਕਸਰ ਹੀ ਛੋਟੀ ਮੋਟੀ ਬੰਬਬਾਜ਼ੀ ਤੋਂ ਲੈ ਕੇ ਹਿੰਸਕ ਕਾਰਵਾਈਆਂ ਤੱਕ ਪਹੁੰਚ ਜਾਂਦੇ। ਇੱਕ ਦੂਜੇ ਪ੍ਰਤੀ ਅਸਹਿਣਸ਼ੀਲਤਾ ਪੱਛਮੀ ਬੰਗਾਲ ਦੀ ਪੋਲਿਟਿਕਸ ਦਾ ਸ਼ਾਇਦ ਬਹੁਤ ਵੱਡਾ ਸੁਭਾਅ ਬਣ ਚੁੱਕੀ ਹੈ ਔਰ ਇਹ ਕੰਟਰੋਲ ਦੇ ਵਿੱਚ ਹੁਣ ਤੱਕ ਇਸ ਕਰਕੇ ਰਹਿੰਦੀ ਰਹੀ ਕਿਉਂਕਿ ਕਿਸੇ ਹੱਦ ਤੱਕ ਜਿਹੜੀਆਂ ਲੈਫਟ ਦੀਆਂ ਪਾਰਟੀਆਂ ਉਹ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਆਈਡੀਓਲੋਜੀ ਨੂੰ ਮੰਨਦੀਆਂ ਸੀ। ਇਹਦੇ ਨਾਲ ਹਿੰਸਾ ਵੀ ਚੱਲਦੀ ਰਹੀ, ਪਰ ਹੁਣ ਜਦੋਂ TMC ਤੇ BJP ਦੋਨਾਂ ਦਾ ਵਿਰੋਧ ਚੱਲ ਰਿਹਾ ਤਾਂ ਦੋਨਾਂ ਦੇ ਸੁਭਾਅ ਦੇ ਵਿੱਚ ਆਈਡੀਓਲੋਜੀ ਉਸ ਤਰੀਕੇ ਦੇ ਨਾਲ ਨਹੀਂ ਹੈ ਜਿਸ ਤਰੀਕੇ ਦੇ ਨਾਲ ਸੱਤਾ ਉੱਤੇ ਕਬਜ਼ੇ ਦੀ ਭਾਵਨਾ ਵਾ। ਭਾਰਤੀ ਜਨਤਾ ਪਾਰਟੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਇੱਕ ਤਰ੍ਹਾਂ ਨਾਲ ਪੱਛਮੀ ਬੰਗਾਲ ਦੇ ਵਿੱਚ ਪੈਰ ਨਹੀਂ ਸੀ ਜਮਾ ਸਕੀ, ਜਿਵੇਂ ਜਿਵੇਂ ਉਹਦੇ ਪੈਰ ਪਸਰ ਰਹੇ ਨੇ TMC ਲਈ ਇਹ ਬਹੁਤ ਵੱਡਾ ਸੰਕਟ ਖੜਾ ਹੋ ਗਿਆ ਤੇ ਉਹਨੇ ਲੈਫਟ ਨੂੰ ਤਾਂ ਬਾਹਰ ਕਰ ਦਿੱਤਾ, ਪਰ ਹੁਣ BJP ਉਹਦੇ ਲਈ ਚੈਲੰਜ ਬਣਦੀ ਹੈ। BJP ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇੱਕ ਐਸੇ ਰਾਜ ਦੇ ਵਿੱਚ ਆਪਣੇ ਪੈਰ ਪਸਾਰਨੇ ਚਾਹੁੰਦੀ ਹੈ ਜਿਹੜੇ ਰਾਜ ਦੇ ਵਿੱਚ ਕਿਸੇ ਵੇਲੇ ਆਈਡੀਓਲੋਜੀਕਲੀ ਲੈਫਟ ਦੀ ਇੱਕ ਗਰਾਊਂਡ ਬਣੀ ਹੋਈ ਸੀ। ਉਹਦੇ ਕੋਲ ਇੱਕ ਜ਼ਮੀਨ ਸੀ, ਉਹ ਜ਼ਮੀਨ ਖੁੱਸ ਚੁੱਕੀ ਹੈ। ਅਸਲ ਦੇ ਵਿੱਚ ਇਹ ਜ਼ਮੀਨ ਖੁੱਸਣ ਤੇ ਜ਼ਮੀਨ ਖੋਹ ਲੈਣ ਦੀ ਲੜਾਈ ਚੱਲ ਰਹੀ ਹੈ ਦੋਨਾਂ ਦੇ ਵਿਚਾਲੇ। ਇਸ ਗੱਲ ਬਾਰੇ ਕੋਈ ਸ਼ੰਕਾ ਨਹੀਂ ਕਿ ਜਿਹੜੇ ਘੁਟਾਲੇ ਹੋਏ ਨੇ ਉਹਦੇ ਵਿੱਚ TMC ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਦੋਸ਼ੀ ਹੈ। ਜੇ ਤੁਹਾਨੂੰ ਯਾਦ ਹੋਵੇ ਇਸ ਵਾਰ ਦੀ ਵਿਧਾਨ ਸਭਾ ਚੋਣ ਦੇ ਵਿੱਚ ਕੁਝ ਨੇਤਾਵਾਂ ਦੇ ਉੱਤੇ ਚੋਣਾਂ ਦੇ ਐਨ ਨਜ਼ਦੀਕ ਜਾ ਕੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਨੇ ਕਰਪਸ਼ਨ ਕੀਤੀ ਹੈ, ਤਾਂ ਉਦੋਂ ਮਮਤਾ ਬੈਨਰਜੀ ਨੇ ਇਹ ਕਿਹਾ ਸੀ ਕਿ ਹੁਣ ਉਹਨਾਂ ਦੇ ਕਾਗਜ਼ ਵਾਪਸ ਨਹੀਂ ਲਏ ਜਾ ਸਕਦੇ। ਇਸ ਕਰਕੇ ਮੇਰੀ ਬੇਨਤੀ ਆ ਪੱਛਮੀ ਬੰਗਾਲ ਦੇ ਲੋਕਾਂ ਨੂੰ ਕਿ ਉਹ ਉਹਨਾਂ ਸੀਟਾਂ ਦੇ ਉੱਤੇ ਵੀ ਜਿਨ੍ਹਾਂ ਦੇ ਉੱਤੇ ਕਾਬਲੇ ਇਤਰਾਜ਼ ਲੱਗਣ ਵਾਲੇ ਉਮੀਦਵਾਰ ਖੜੇ ਨੇ ਉਹਨਾਂ ਉੱਤੇ ਵੀ ਉਹ ਇਹ ਸਮਝ ਕੇ ਵੋਟ ਪਾ ਦੇਣ ਕਿ ਉਹ ਮਮਤਾ ਬੈਨਰਜੀ ਨੂੰ ਵੋਟ ਪਾ ਰਹੇ ਨੇ, ਬਾਕੀ ਦਾ ਕੰਟਰੋਲ ਮੈਂ ਆਪੇ ਕਰ ਲਵਾਂਗੀ। ਇਸ ਤਰ੍ਹਾਂ ਦੀ ਭਾਵਨਾ ਰੱਖਣ ਵਾਲੇ ਨੇਤਾਵਾਂ ਤੋਂ ਤੁਸੀਂ ਕਿਵੇਂ ਤਵੱਕੂ ਕਰ ਸਕਦੇ ਹੋ ਕਿ ਉਹ ਆਪਣੀਆਂ ਵਰਕਰਸ ਦੀਆਂ ਜਿਹੜੀਆਂ ਕਾਡਰਸ ਦੀਆਂ ਜਿਹੜੀਆਂ ਲਾਈਨਸ ਨੇ ਉਹਨਾਂ ਦੇ ਉੱਤੇ ਕੰਟਰੋਲ ਕਰ ਦੇਵੇਗੀ। ਜਿਹੜੀ ਪਾਰਟੀ ਦੀ ਨੇਤਾ ਇਹ ਮੰਨਦੀ ਹੈ ਕਿ ਜੇ ਮੇਰੇ ਸਾਰੇ ਬੰਦੇ ਵੀ ਕਰਪਟ ਨੇ ਤਾਂ ਮੈਂ ਕਰਪਟ ਨਹੀਂ ਹੈ, ਇਸ ਕਰਕੇ ਲੋਕ ਮੈਨੂੰ ਵੋਟ ਪਾ ਦੇਣ। ਮਮਤਾ ਬੈਨਰਜੀ ਤੇ ਕੇਜਰੀਵਾਲ 'ਚ ਇੱਕ ਸਾਂਝ ਇਹ ਵੀ ਹੈ ਕਿ ਉਹ ਦੋਨੋਂ ਇੱਕ ਦੂਜੇ ਤੋਂ ਵੀ ਵੱਧ ਕੇ ਆਪਣੇ ਆਪ ਨੂੰ ਓਨੈਸਟ ਹੋਣ ਦਾ ਜਿਹੜਾ ਸਰਟੀਫਿਕੇਟ ਖੁਦ ਬਖੁਦ ਜਾਰੀ ਕਰ ਲੈਂਦੇ ਨੇ। ਔਰ ਇਹ ਗੱਲ BJP ਦੇ ਉੱਤੇ ਵੀ ਕਿਸੇ ਹੱਦ ਤੱਕ ਲਾਗੂ ਹੁੰਦੀ ਕਿ ਉਹ ਸਭ ਨਾਲੋਂ ਦੁੱਧ ਧੋਤੀ ਪੋਲੀਟੀਕਲ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਪਰ ਹਿੰਸਾ ਪੱਛਮੀ ਬੰਗਾਲ ਦੇ ਕਲਚਰ ਦਾ ਖਾਸ ਕਰਕੇ ਪੋਲੀਟੀਕਲ ਕਲਚਰ ਦਾ ਹਿੱਸਾ ਵਾ ਔਰ ਇਹਨੂੰ ਉਹਦੇ ਨਾਲ ਹੀ ਜੋੜ ਕੇ ਦੇਖਣਾ ਚਾਹੀਦਾ। ਸਵਾਲ ਮੇਰਾ ਇਹ ਸਬਦੀਸ਼ ਜੀ ਜੋ ਮੇਰਾ ਮੇਨ ਸਵਾਲ ਮੈਂ ਇੱਥੇ ਪੁੱਛਣ ਦੀ ਕੋਸ਼ਿਸ਼ ਕਰ ਰਿਹਾ, ਜੇ ਸੈਂਟਰ BJP ਨੂੰ ਇਸਤੇਮਾਲ ਕਰ ਰਿਹਾ ਤੇ ਕੀ ਵੈਸਟ ਬੰਗਾਲ ਦੀ ਗਵਰਨਮੈਂਟ ਪੁਲਿਸ ਨੂੰ ਇਸਤੇਮਾਲ ਨਹੀਂ ਕਰ ਰਹੀ? ਨਹੀਂ ਤੇ ਕਿੱਦਾਂ ਪੋਸੀਬਲ ਆ ਜੇ ਇੱਕ MP ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਜੇ ਤੁਸੀਂ ਇਮਾਨਦਾਰੀ ਦੀ ਜਾਂ ਕਰਪਸ਼ਨ ਦੇ ਖਿਲਾਫ ਲੜ ਰਹੇ ਜੋ ਮੁਸ਼ਕਿਲਾਂ ਆਉਣਗੀਆਂ। ਇਸ ਗੱਲ ਤੋਂ ਕੋਈ ਵੀ ਮੇਰਾ ਪੈਨਲਿਸਟ ਜਾਂ ਜੋ ਦਰਸ਼ਕ ਨੇ ਕਦੀ ਵੀ ਇਸ ਗੱਲ ਤੋਂ ਕਦੀ ਵੀ ਨਕਾਰਨਗੇ ਨਹੀਂ ਕਿ ਜੇ ਤੁਸੀਂ ਕਰਪਸ਼ਨ ਦੇ ਖਿਲਾਫ ਲੜਾਈ ਲੜ ਰਹੇ ਜੋ ਮੁਸ਼ਕਿਲਾਂ ਨਹੀਂ ਆਉਣਗੀਆਂ। ਪਰ ਇੱਕ ਪਾਸੇ ਜੇ ਤੁਸੀਂ ਕਹਿ ਰਹੇ ਜੋ ਕਿ ਸੈਂਟਰ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਮਮਤਾ ਬੈਨਰਜੀ ਦੇ ਹੀ ਕਹੇ ਗਏ ਸ਼ਬਦਾਂ ਦੇ ਆਧਾਰ ਤੇ ਸਵਾਲ ਤੁਹਾਨੂੰ ਫਿਰ ਤੋਂ ਪੁੱਛੂੰਗਾ ਸਬਦੀਪ ਜੀ। ਇੱਕ ਪਾਸੇ ਤੁਸੀਂ ਇਹ ਕਹਿ ਰਹੇ ਜੋ ਕਿ ਸੈਂਟਰ CBI ਦਾ ਇਸਤੇਮਾਲ ਕਰ ਰਿਹਾ ਕਿਉਂਕਿ ਅਸੀਂ ਨੋਟਬੰਦੀ ਦੇ ਖਿਲਾਫ ਬੋਲ ਰਹੇ ਹਾਂ, ਪਰ ਕੀ ਮਮਤਾ ਬੈਨਰਜੀ ਦੀ ਗਵਰਨਮੈਂਟ ਨੇ ਪੁਲਿਸ ਦਾ ਇਸਤੇਮਾਲ ਨਹੀਂ ਕੀਤਾ? ਜੇ TMC ਦੇ ਉਹ ਕਾਰਿਆਕਰਤਾ, ਜੇ ਮੈਂ ਉਹਨਾਂ ਨੂੰ ਗੁੰਡਾ ਸ਼ਬਦ ਵੀ ਕਹਿਣਾ ਚਾਹਾਂ ਤੇ ਸ਼ਾਇਦ ਗਲਤ ਨਹੀਂ ਹੋਊਗਾ, TMC ਦੇ ਉਹ ਕਾਰਿਆਕਰਤਾ ਜਾਂ ਜਿਹੜੀ ਮਰਜ਼ੀ ਪਾਰਟੀ ਦਾ ਦਫ਼ਤਰ ਸੀ ਉੱਥੇ ਜਾ ਕੇ ਤੋੜ-ਫੋੜ ਕਰਦੇ ਆ, 12 ਬੰਦਿਆਂ ਨੂੰ ਹਸਪੀਟਲ ਜਾਣਾ ਪੈਂਦਾ, 2 ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਆ, ਤੇ ਕਿੱਦਾਂ ਅਸੀਂ ਮਮਤਾ ਬੈਨਰਜੀ ਨੂੰ ਕਲੀਨ ਚਿਟ ਦੇ ਦਾਂਗੇ ਤੇ ਮੋਦੀ ਸਾਹਿਬ ਨੂੰ ਇਹ ਕੁਐਸਚਨ ਪੁੱਛਾਂਗੇ ਕਿ ਤੁਸੀਂ CBI ਦੀ ਦੁਰਵਰਤੋਂ ਕਰਦੇ ਜੋ, ਕਿਉਂਕਿ ਕਿਤੇ ਨਾ ਕਿਤੇ ਮਮਤਾ ਬੈਨਰਜੀ ਵੀ ਇੱਥੇ ਪੁਲਿਸ ਦੀ ਅਤੇ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਰਹੇ ਨੇ। ਹਾਂ ਜਾਂ ਨਾ ਤੋਂ ਸ਼ੁਰੂ ਕਰਕੇ ਸਬਦੀਸ਼ ਜੀ ਮੈਨੂੰ ਆਪਣਾ ਜਵਾਬ ਜ਼ਰੂਰ ਕਲੀਅਰ ਦਿਓ ਕਿ ਤੁਸੀਂ ਵੀ ਮੇਰੀ ਗੱਲ ਤੋਂ ਸਹਿਮਤ ਜੋ ਕਿ ਮਮਤਾ ਬੈਨਰਜੀ ਵੀ ਦੁਰਵਰਤੋਂ ਕਰ ਰਹੇ ਨੇ? ਬਿਲਕੁਲ ਹਰਪ੍ਰੀਤ ਜੀ, ਮੈਂ ਇਸ ਗੱਲ ਨਾਲ ਸਹਿਮਤ ਹਾਂ ਔਰ ਮੈਂ ਇਸ ਗੱਲ ਨੂੰ ਇਸ ਨੁਕਤੇ ਤੋਂ ਵੀ ਤੁਹਾਡੇ ਨਾਲ ਸਾਂਝੀ ਕਰਨਾ ਵਾ ਕਿ ਜਿਸ ਵੀ ਰਾਜ ਦੇ ਵਿੱਚ ਜਦੋਂ ਵੀ ਕੋਈ ਮੁੱਖ ਮੰਤਰੀ ਅਗਰੈਸਿਵ ਕਿਸਮ ਦੀ ਭਾਸ਼ਾ ਬੋਲਦਾ
उस राज की पुलिस अक्सर उस मुख मंत्री तो डरती है और उहदियां हदायतां दे मुताबिक जां उहनूं खुश करन दे लई पूरी ਦੀਆਂ पूरीਆਂ ਕਾਰਵਾਈਆਂ ਕਰਦੀ ਹੈ। ਇਹ ਗੱਲ ਤੁਸੀਂ ਬੇਅੰਤ ਸਿੰਘ ਦੇ ਰਾਜ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਰਾਜਾਂ ਦੇ ਵਿੱਚ ਦੇਖ ਸਕਦੇ ਹੋ। ਬੇਅੰਤ ਸਿੰਘ ਦੇ ਰਾਜ ਦੇ ਵਿੱਚ ਵੀ ਪੁਲਿਸ ਬਹੁਤ ਅੰਨੀ ਮਚਾਈ ਹੋਈ ਸੀ ਔਰ ਪੰਜਾਬ ਦੇ ਲੋਕਾਂ ਦੇ ਉੱਤੇ ਵੱਖੋ ਵੱਖਰੇ ਢੰਗਾਂ ਦੇ ਨਾਲ ਵੱਖੋ ਵੱਖਰੇ ਕਾਰਨਾਂ ਨੂੰ ਵਜ੍ਹਾ ਬਣਾ ਕੇ ਜਿਹੜਾ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਜੇ ਤੁਸੀਂ ਗੁਜਰਾਤ ਦੀ ਗੱਲ ਕਰੋ ਤਾਂ ਉਦੋਂ ਮੁੱਖ ਮੰਤਰੀ ਨਰਿੰਦਰ ਮੋਦੀ ਸਨ ਔਰ ਪੁਲਿਸ ਨੇ ਜਿਸ ਤਰ੍ਹਾਂ ਨਾਲ ਬਿਹੇਵ ਕੀਤਾ ਮੁਸਲਿਮ ਵਿਰੋਧੀ ਕਤਲੇਆਮ ਦੇ ਸਵਾਲ ਦੇ ਉੱਤੇ ਉਹਨੂੰ ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਪੱਛਮੀ ਬੰਗਾਲ ਦੇ ਵਿੱਚ ਵੀ ਦੇਖ ਸਕਦੇ ਹੋ। ਈਵਨ ਤੁਸੀਂ ਪੰਜਾਬ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਹੋਇਆਂ ਪੁਲਿਸ ਕਿਵੇਂ ਲੋਕਾਂ ਨਾਲ ਬਿਹੇਵ ਕਰਦੀ ਆ ਇਹਨੂੰ ਦੇਖ ਸਕਦੇ ਹੋ। ਮੇਰੇ ਖਿਆਲ ਮੁਤਾਬਕ ਜਦੋਂ ਤੱਕ ਸਾਡੇ ਪੋਲੀਟੀਕਲ ਨੇਤਾ ਅਗਰੈਸਿਵ ਕਿਸਮ ਦੀ ਭਾਸ਼ਾ ਤੋਂ ਬਾਜ਼ ਨਹੀਂ ਆਉਂਦੇ, ਜਦੋਂ ਤੱਕ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਭਾਸ਼ਾ ਤੋਂ ਗੁਰੇਜ਼ ਨਹੀਂ ਕਰਦੇ, ਪੁਲਿਸ ਡਰਦੀ ਹੋਈ ਜਾਂ ਨੇਤਾਵਾਂ ਨੂੰ ਖੁਸ਼ ਕਰਨ ਦੇ ਨੁਕਤਾ ਨਿਗਾਹ ਤੋਂ ਅਕਸਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੀ ਨਜ਼ਰ ਆਵੇਗੀ। ਕਿਸੇ ਵੇਲੇ ਉਹ ਦੂਰ ਖੜੀ ਦਰਸ਼ਕ ਬਣ ਕੇ ਵੇਖਦੀ ਰਹੇਗੀ, ਕਿਸੇ ਵੇਲੇ ਉਹ ਵਿਰੋਧੀਆਂ ਨੂੰ ਦੱਬ ਲਵੇਗੀ, ਪਰ ਜਿਹੜੇ ਪੋਲੀਟੀਕਲ ਪਾਰਟੀ ਜਿਹੜੀ ਸੱਤਾਧਾਰੀ ਆ ਉਹਦੇ ਵਰਕਰ ਜੇ ਹਿੰਸਾ ਕਰਨਗੇ ਤਾਂ ਉਦੋਂ ਹੋਰ ਤਰ੍ਹਾਂ ਨਾਲ ਬਿਹੇਵ ਕਰੇਗੀ। ਇਹ ਗੱਲਾਂ ਅਸੀਂ ਪੰਜਾਬ ਦੇ ਵਿੱਚ ਵੀ ਵੇਖ ਚੁੱਕੇ ਹਾਂ। ਹਾਲਾਂਕਿ ਉਸ ਨੁਕਤੇ ਦਾ ਇਸ ਗੱਲ ਨਾਲ ਕੋਈ ਬਹੁਤਾ ਸਿੱਧਾ ਸੰਬੰਧ ਨਹੀਂ, ਪਰ ਤੁਸੀਂ ਯਾਦ ਕਰੋ ਜਦੋਂ ਡੇਰਾ ਸੱਚਾ ਸੌਦਾ ਵਾਲਾ ਵਿਵਾਦ ਪੈਦਾ ਹੋਇਆ ਸੀ ਔਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 3 ਦਿਨ ਖਾਮੋਸ਼ ਰਹੇ ਸਨ। ਗਲੀਆਂ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਤਲਵਾਰਾਂ ਦਾ ਮਾਰਚ ਹੋ ਰਿਹਾ ਸੀ, ਪੁਲਿਸ ਨੇ ਕਦੇ ਵੀ ਉਹਦੇ ਵਿੱਚ ਦਖਲ ਨਹੀਂ ਸੀ ਦਿੱਤਾ, ਕਿਉਂਕਿ ਮੁੱਖ ਮੰਤਰੀ ਵੀ ਚਾਹੁੰਦੇ ਸਨ ਕਿ ਲੋਕਾਂ ਦਾ ਗੁੱਸਾ ਨਿਕਲ ਜਾਵੇ ਤੇ ਪੁਲਿਸ ਵੀ ਚਾਹੁੰਦੀ ਸੀ ਕਿ ਜੇ ਮੁੱਖ ਮੰਤਰੀ ਗੁੱਸਾ ਕੱਢਣ ਦੀ ਇੱਛਾ ਰੱਖਦੇ ਨੇ ਤੇ ਪੁਲਿਸ ਉਹਦੇ ਵਿੱਚ ਜਾ ਕੇ ਦਖਲ ਦੇਵੇ। ਕਿਉਂ? ਹਾਲਾਂਕਿ ਪੁਲਿਸ ਦੀ ਜ਼ਿੰਮੇਵਾਰੀ ਹਰ ਹਾਲਾਤ ਦੇ ਵਿੱਚ ਅਮਨ ਕਾਨੂੰਨ ਨੂੰ ਬਹਾਲ ਕਰਨ ਦੀ ਹੁੰਦੀ ਹੈ, ਪਰ ਪੁਲਿਸ ਦੇ ਸਾਹਮਣੇ ਇਸ ਤੋਂ ਵੀ ਵੱਡੀ ਜ਼ਿੰਮੇਵਾਰੀ ਇਹ ਬਣ ਜਾਂਦੀ ਹੈ ਕਿ ਮੁੱਖ ਮੰਤਰੀ ਨਾਰਾਜ਼ ਨਾ ਹੋ ਜਾਵੇ, ਡਿਪਟੀ ਮੁੱਖ ਮੰਤਰੀ ਨਾਰਾਜ਼ ਨਾ ਹੋ ਜਾਵੇ। ਇਸ ਤਰ੍ਹਾਂ ਦੀਆਂ ਕਾਰਵਾਈਆਂ ਅਸੀਂ ਗੁਜਰਾਤ, ਪੱਛਮੀ ਬੰਗਾਲ, ਪੰਜਾਬ ਕਈਆਂ ਥਾਵਾਂ ਦੇ ਉੱਤੇ ਦੇਖ ਸਕਦੇ ਹਾਂ। ਬਾਕੀ ਮੈਨੂੰ ਕਹਿ ਨਹੀਂ ਸਕਦਾ ਕਿੰਨਾ ਰਾਜਾਂ ਦੇ ਵਿੱਚ ਇਸੇ ਤਰ੍ਹਾਂ ਦੇ ਮੁੱਖ ਮੰਤਰੀ ਕਰਦੇ ਹੋਣਗੇ। ਇਸ ਕਿਸਮ ਦੇ ਕੁਝ ਵਰਤਾਰੇ ਤੁਹਾਨੂੰ ਕੇਰਲਾ ਦੇ ਵਿੱਚ ਵੀ ਮਿਲ ਜਾਂਦੇ ਨੇ, ਜਿੱਥੇ ਲੈਫਟ ਤੇ RSS ਦਾ ਬਹੁਤ ਵੱਡਾ ਕਲੈਸ਼ ਪਿਛਲੇ 10-12 ਸਾਲਾਂ ਤੋਂ ਚੱਲ ਰਿਹਾ। ਸਰਦੀਪ ਜੀ, ਕੁਝ ਗੱਲਾਂ ਤੁਸੀਂ ਬੜੀਆਂ ਵਧੀਆ ਕੀਤੀਆਂ ਤੇ ਇੰਟਰਸਟਿੰਗ ਮੈਨੂੰ ਲੱਗੀਆਂ, ਖਾਸ ਕਰਕੇ ਤੁਸੀਂ ਕੇਜਰੀਵਾਲ ਸਾਹਿਬ ਨੂੰ ਤੇ ਪੰਜਾਬ ਦੀ ਰਾਜਨੀਤੀ ਨੂੰ ਇਸ ਮੁੱਦੇ ਨਾਲ ਮਿਲਾ ਕੇ ਦੇਖਿਆ। ਪਰ ਅੱਗੇ ਗੱਲ ਵਧਾਉਣ ਤੋਂ ਪਹਿਲਾਂ ਮੈਂ ਅਜੀਤ ਜੀ ਤੇ ਜ਼ਰੂਰ ਜਾਣਾ ਚਾਹੂੰਗਾ। ਅਜੀਤ ਜੀ, ਇੱਕ ਪਾਸੇ ਕਰਪਸ਼ਨ ਦੀ ਦੁਹਾਈ ਪਾਉਣਾ, ਮੋਦੀ ਸਾਹਿਬ ਤੇ ਇਲਜ਼ਾਮ ਲਾਉਣਾ ਕਰਪਸ਼ਨ ਦੇ, CBI ਦੀ ਦੁਰਵਰਤੋਂ ਕਰਨਾ, ਦੂਜੇ ਪਾਸੇ ਵੈਸਟ ਬੰਗਾਲ ਦੀ ਉਹਨਾਂ ਦੀ ਆਪਣੀ ਪੁਲਿਸ ਤ੍ਰਿਣਮੂਲ ਕਾਂਗਰਸ ਦੇ TMC ਦੇ ਵਰਕਰ ਆ ਕੇ ਤੋੜਫੋੜ ਕਰਦੇ ਆ ਤੇ ਉੱਥੇ ਖੜੀ ਵੇਖਦੀ ਰਹਿੰਦੀ ਆ, ਕੁਝ ਵੀ ਨਹੀਂ ਕਰਦੀ। ਕੀ ਸਵਾਲ ਮਮਤਾ ਬੈਨਰਜੀ ਦੇ ਜਾਂ ਵੈਸਟ ਬੰਗਾਲ ਦੀ ਗਵਰਨਮੈਂਟ ਤੇ ਚੱਕਣੇ ਨਹੀਂ ਬਣਦੇ? ਅਜੀਤ ਜੀ, I think अजीत जी the audience कुछ इश्यू और CP सिंह जी। बिल्कुल हरप्रीत जी, देखो चाहे वो सेंटर का मसला होवे, चाहे वो स्टेट का मसला होवे, गवर्नमेंट का जिहड़ा रूलिंग गवर्नमेंट का जिहड़ा इन्फ्लुएंस है वो बिल्कुल रहिंदा है। तुसी देखो जे असी पिछे थोड़े जे दिन जाइए तां सुदीप बंदोपाध्याय दा जिहड़ा रोज वैली चिट फंड स्कैम होया सी, ਉਹਦੇ ਵਿੱਚ ਉਹਨਾਂ ਦੇ ਉੱਪਰ ਕੰਪਲੇਂਟ ਸੀ। ਉਸ ਚੀਜ਼ ਦੀ ਉਸ ਕਾਰਵਾਈ ਨੂੰ ਅੱਗੇ ਵਧਾਉਣ ਲਈ CBI ਨੇ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਔਰ ਮੇ ਵੀ ਉਸ ਪੁੱਛਗਿੱਛ ਦੇ ਵਿੱਚ ਏਦਾਂ ਦੀ ਗੱਲ ਹੋਈ ਹੋਵੇ ਕਿ ਜਦੋਂ ਜਿਹਦੇ ਵਿੱਚ ਕਿ ਉਹ ਕਨਵਿਕਟ ਸਾਬਿਤ ਹੁੰਦੇ ਹੋਣ, ਇਸੇ ਕਰਕੇ ਉਹਨਾਂ ਨੇ ਅਰੈਸਟ ਕਰ ਲਿਆ। ਮੈਂ ਇਥੋਂ ਇਸ ਚੀਜ਼ ਤੋਂ ਮੁਨਕਰ ਨਹੀਂ ਕਰਦਾ ਕਿ CBI ਦੇ ਉੱਪਰ ਰੂਲਿੰਗ ਗਵਰਨਮੈਂਟ ਦਾ ਜਾਂ ਸੈਂਟਰਲ ਗਵਰਨਮੈਂਟ ਦਾ ਇਨਫਲੂਐਂਸ ਨਹੀਂ ਹੈ, ਪਰ ਅਸੀਂ ਇਸ ਚੀਜ਼ ਤੋਂ ਨਹੀਂ ਮੁਨਕਰ ਕਰ ਸਕਦੇ ਕਿ ਉਸ ਤੋਂ ਬਾਅਦ ਜੋ TMC ਕਾਰਜਕਰਤਾਵਾਂ ਨੇ ਉੱਥੇ BJP ਆਫਿਸ ਜਾਂ ਪੁਲਿਸ ਦੇ ਵਿੱਚ ਜਿਹੜਾ ਅਟੈਕ ਕੀਤਾ ਹੈ, ਉਹ ਚੀਜ਼ ਬੜੀ ਸ਼ਰਮਨਾਕ ਹੈ। ਉਸ ਚੀਜ਼ ਦੇ ਵਿੱਚ ਵੀ ਤੁਸੀਂ ਦੇਖੋ ਸਟੇਟ ਗਵਰਨਮੈਂਟ ਦਾ ਇਨਫਲੂਐਂਸ ਹੋਏਗਾ, ਇਸੇ ਕਰਕੇ ਇਹ ਚੀਜ਼ਾਂ ਵਾਪਰਦੀਆਂ। ਸੋ ਬੜੀ ਮੰਦਭਾਗੀ ਜੀ ਚੀਜ਼ ਹੋ ਜਾਂਦੀ ਹੈ। ਇੱਕ ਪਾਸੇ ਤਾਂ ਅਸੀਂ ਉਹਨਾਂ ਨੂੰ ਇਨਕੁਆਇਰੀ ਵਾਸਤੇ ਬੁਲਾਉਂਦੇ ਹਾਂ ਜਿਹਦੇ ਵਿੱਚ ਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਪੈਸਾ ਇਨਵੋਲਵ ਹੈ ਉਸ ਚੀਜ਼ ਨੂੰ ਕਲੈਰੀਫਾਈ ਕਰਨ ਵਾਸਤੇ, ਤਾਂ ਕਿ ਉਸ ਲੋਕਾਂ ਨੂੰ ਉਹਨਾਂ ਦਾ ਜਿਹੜਾ ਹਾਰਡ ਅਰਨਡ ਮਨੀ ਉਹ ਮਿਲ ਸਕੇ। ਦੂਸਰੇ ਪਾਸੇ ਅਸੀਂ ਉਸ ਸੰਸਥਾ ਨੂੰ ਜਿਹੜੀ ਕਿ ਉਹਨੂੰ ਇਨਕੁਆਇਰ ਕਰਦੀ ਹੈ ਉਹਨੂੰ ਪਿੱਛੋਂ ਬੈਕ ਦੇ ਉੱਪਰੋਂ ਇਨਫਲੂਐਂਸ ਕਰਦੇ ਆ ਕਿ ਨਹੀਂ ਉਹ TMC ਹੈ ਜਾਂ ਚਾਹੇ ਕੋਈ ਹੋਰ ਵੀ ਪਾਰਟੀ ਹੈ, ਸਾਡੀ ਆਪੋਜੀਸ਼ਨ ਪਾਰਟੀ ਹੈ, ਉਹਦੇ ਤੇ ਏਦਾਂ ਦਾ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਬਿਲਕੁਲ ਹਰਪ੍ਰੀਤ ਜੀ ਮੈਂ ਤੁਹਾਡੇ ਨਾਲ ਐਗਰੀ ਹਾਂ। ਤ੍ਰਿਣਮੂਲ ਕਾਂਗਰਸ ਦਾ ਜੋ ਐਕਟ ਹੋਇਆ ਕੱਲ,
ਉਹਦੇ ਵਿੱਚ ਸਟੇਟ ਗਵਰਨਮੈਂਟ ਔਰ ਜੋ ਸੀਬੀਆਈ ਦੇ ਵਿੱਚ ਹੋਇਆ ਹਲੇ ਇਨਕੁਆਇਰੀ ਦਾ ਰਿਜ਼ਲਟ ਸਾਹਮਣੇ ਨਹੀਂ ਆਇਆ, ਮੈਂ ਪਿਓਰਲੀ ਨਹੀਂ ਕਹਿ ਸਕਦਾ ਕਿ ਉਹ ਇਨਫਲੂਐਂਸ ਹੋਏਗਾ, ਲੇਕਿਨ ਕਿਤੇ ਨਾ ਕਿਤੇ ਆਪ ਸਰਕਾਰਾਂ ਦਾ ਆਪਸ ਦੇ ਵਿੱਚ ਪੋਲੀਟੀਕਲੀ ਰੰਜਿਸ਼ ਜ਼ਰੂਰ ਹੁੰਦੀ ਹੈ, ਇਸੇ ਕਰਕੇ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਅੰਜਾਮ ਦਿੰਦੀਆਂ। ਮੈਨੂੰ ਆਡੀਓ ਇਸ਼ੂ ਆ ਰਿਹਾ ਵਾ, ਮੈਂ ਅਜੀਤ ਜੀ ਦਾ ਜ਼ਰੂਰ ਜਾਨਣਾ ਚਾਹੂੰਗਾ। ਅਜੀਤ ਜੀ ਤੁਹਾਡੀ ਲਾਈਨ ਜੁੜ ਗਈ ਹੈ। ਮੇਰੀ ਆਵਾਜ਼ ਆ ਗਈ ਹੈ ਜੀ ਹੁਣ? ਹਾਂਜੀ ਬਿਲਕੁਲ ਆ ਰਹੀ ਹੈ। ਓਕੇ ਓਕੇ ਹਰਪ੍ਰੀਤ ਜੀ, ਆਪਾਂ ਮੁੱਦੇ ਤੇ ਗੱਲ ਕਰ ਰਹੇ ਸੀ ਪੱਛਮੀ ਬੰਗਾਲ ਵਾਲੇ ਨੇ। ਕਈ ਵਾਰੀ ਜਿਹੜੇ ਸਹੀ ਕੋਈ ਕੰਮ ਹੋ ਰਿਹਾ ਹੁੰਦਾ ਹੈ ਜਾਂ ਸਹੀ ਦੋਸ਼ ਕਰਕੇ ਵੀ ਸੀਬੀਆਈ ਜਿਹੜੀ ਹੈਗੀ ਉਹ ਕੋਈ ਕਾਰਵਾਈ ਕਰਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਇਹ ਕਾਰਵਾਈ ਇਹਦੇ ਚ ਸਹੀ ਜਾਂ ਗਲਤ ਹੋਣ ਦਾ ਕੋਈ ਮੈਂ ਸਰਟੀਫਿਕੇਟ ਦੇ ਰਿਹਾ। ਖੇਤਰੀ ਪਾਰਟੀਆਂ ਉਹ ਆਪਣੇ ਘਾਟਾ ਲੁਕਾਉਣ ਵਾਸਤੇ ਜਾਂ ਆਪਣੇ ਦੋਸ਼ ਲੁਕਾਉਣ ਵਾਸਤੇ ਵੀ ਇਹੋ ਜਿਹਾ ਪ੍ਰਾਪੇਗੰਡਾ ਜਿਹੜਾ ਹੈਗਾ ਉਹ ਕਰਨ ਲੱਗ ਜਾਂਦੀਆਂ ਨੇ, ਔਰ ਜਿਹਦੇ ਵਿੱਚ ਮਮਤਾ ਬੈਨਰਜੀ ਤਾਂ ਸ਼ਾਇਦ ਇੱਕ ਨੰਬਰ 'ਚ ਹੋਣ, ਕਿਉਂਕਿ ਬਹੁਤ ਵੋਕਲ ਨੇ, ਬਹੁਤ ਹਾਰਸ਼ ਕਿਸਮ ਦੀ ਰਾਜਨੀਤੀ ਕਰਦੇ ਨੇ ਉਹ। ਜੇ ਉਹ ਕਿਸੇ ਕਾਰਨ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਤਾਂ ਉਹਦੀ ਕਾਨੂੰਨੀ ਲੜਾਈ ਲੜੀ ਜਾ ਸਕਦੀ ਹੈ, ਸੰਸਦ ਦੇ ਵਿੱਚ ਲੜਾਈ ਲੜੀ ਜਾ ਸਕਦੀ ਹੈ, ਪਰ ਦੂਜੀ ਪਾਰਟੀ ਦੇ ਦਫ਼ਤਰਾਂ ਨੂੰ ਢਾਹ ਦੇਣਾ ਜਾਂ ਕਿਸੇ ਦੂਜੀ ਪਾਰਟੀ ਦੇ ਕਾਰਕੁਨਾਂ ਦੇ ਉੱਤੇ ਹਿੰਸਕ ਹਮਲੇ ਕਰਨੇ, ਇਹ ਤਾਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। ਸੋ ਇੱਕ ਹੋਰ ਵੀ ਦੇਖਣ ਵਾਲੀ ਗੱਲ ਹੈ, ਇਹ ਜਿਵੇਂ ਮਹਾਰਾਸ਼ਟਰ ਵਿੱਚ ਹੁੰਦਾ ਹੈ ਕਿ ਇੱਕ ਵੀ ਐਮਐਲਏ ਜਾਂ ਇੱਕ ਵੀ ਐਮਪੀ ਨਾ ਹੋਣ ਦੇ ਬਾਵਜੂਦ ਜਿਹੜੀ ਰਾਜ ਠਾਕਰੇ ਦੀ ਨਵ-ਨਿਰਮਾਣ ਸੈਨਾ ਹੈ ਉਹ ਜਿਹੜੀ ਹੈਗੀ ਗਵਰਨਮੈਂਟ ਨੂੰ ਜਿਹੜੀ ਹੈਗੀ ਉਹ ਸਿਰਫ ਹਿੰਸਾ ਦੇ ਆਧਾਰ ਦੇ ਉੱਤੇ ਬਿਲਕੁਲ ਪੈਰਾਲਾਈਜ਼ ਕਰ ਦਿੰਦੀ ਹੈ ਤੇ ਸਰਕਾਰ ਨੂੰ ਆਪਣੇ ਨਿਰਣਿਆਂ ਨੂੰ ਕਈ ਵਾਰ ਬਦਲਣੇ ਪੈਂਦੇ ਨੇ। ਉਹ ਜੀ ਰਾਜਨੀਤੀ ਸਰਕਾਰ ਵਿੱਚ ਹੁੰਦੇ ਹੋਏ ਮਮਤਾ ਬੈਨਰਜੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲੀ ਵਾਰੀ ਨਹੀਂ, ਕੁਝ ਮਹੀਨੇ ਪਹਿਲਾਂ ਵੀ ਖਬਰਾਂ ਆਈਆਂ ਸੀ ਕਿ ਇੱਕ ਧਰਮ ਨਾਲ ਸੰਬੰਧਿਤ ਲੋਕ ਜਿਨ੍ਹਾਂ ਬਾਰੇ ਉਹਨਾਂ ਨੂੰ ਇਹ ਸੀ ਕਿ ਇੱਕ ਪਾਰਟੀ ਦੇ ਪਿੱਛੇ ਨੇ, ਉਹਨਾਂ ਦੇ ਘਰਾਂ ਦੀ ਸਾੜ ਫੂਕ ਹੋਈ ਸੀ, ਸ਼ਾਇਦ ਕਿਸੇ ਧਾਰਮਿਕ ਸਥਾਨ ਦੀ ਵੀ ਬੇਅਦਬੀ ਕੀਤੀ ਗਈ ਸੀ, ਪਰ ਉਹਦੀ ਖਬਰ ਤੱਕ ਬਾਹਰ ਨਹੀਂ ਆਉਣ ਦੀ ਗਈ। ਬੜੀ ਦੇਰ ਨਾਲ ਮੀਡੀਆ ਦੇ ਵਿੱਚ ਖਬਰ ਆਈ ਸੀ। ਉਹੋ ਜੀ ਰਾਜਨੀਤੀ ਜਿਹੜੀ ਹੈਗੀ ਉਹਦੇ ਨਾਲ ਉਹ ਖੇਤਰੀ ਤੌਰ ਤੇ ਇਹੋ ਜਿਹਾ ਮਾਹੌਲ ਬਣਾਉਂਦੇ ਨੇ ਕਿ ਇੱਥੇ ਸੈਂਟਰ ਗਵਰਨਮੈਂਟ ਦੀ ਕੋਈ ਏਜੰਸੀ ਕੰਮ ਨਾ ਕਰ ਸਕੇ। ਪਰ ਇਹ ਇੱਕ ਬਹੁਤ ਹੀ ਦੋਸ਼ਪੂਰਨ ਜਿਹੜਾ ਵਰਤਾਰਾ ਹੈ, ਇੱਕ ਤਾਂ ਵੱਧ ਤੋਂ ਵੱਧ ਖੇਤਰੀਵਾਦ ਨੂੰ ਹਿੰਸਕ ਤੌਰ ਤੇ ਵਰਤਣ ਦਾ ਇੱਕ ਵਰਤਾਰਾ ਨਵਾਂ ਘੜਿਆ ਜਾ ਰਿਹਾ। ਦੂਸਰੀ ਗੱਲ ਇਹ ਹੈ ਕਿ ਜੇ ਕਾਨੂੰਨੀ ਲੜਾਈ ਹੈ ਉਹਨੂੰ ਕਾਨੂੰਨ ਦੀ ਬਜਾਏ ਲੜਨ ਦੇ ਉਹਨੂੰ ਮਾਰ ਕੁੱਟ ਦੇ ਆਧਾਰ ਤੇ ਲੈ ਆਉਣਾ, ਇਹ ਇੱਕ ਪਾਰਟੀ ਦੀ ਇਹੋ ਜਿਹੀ ਫਿਤਰਤ ਹੈ ਜਿਹੜੀ ਅੱਗੇ ਵਾਸਤੇ ਜਾ ਕੇ ਬਹੁਤ ਘਾਤਕ ਹੋ ਸਕਦੀ ਹੈ। थैंक यू अजीत जी। जे फिर तो वापस मैं उसी सवाल ते आऊंगा कि एक पासे तुसी करप्शन फ्री गवर्नमेंट दी गल कर रहे जो, एक पासे तुसी मोदी साहब ते इल्जाम भी ला रहे जो कि वो करप्ट उन्होंने डीमोनेटाइजेशन के खिलाफ करप्शन की डीमोनेटाइजेशन एक वड्डा घोटाला वा, सीबीआई दी दुर्वरतों का इल्जाम ला रहे जो, पर किते ना किते तुहानू भी ਤੁਸੀਂ ਵੀ ਇਸ ਸਵਾਲਾਂ ਦੇ ਕਟਗਰੇ ਵਿੱਚ ਖੜੇ ਹੋ ਜਾਂਦੇ ਜੋ। ਜਿੱਦਾਂ ਅਜੀਤ ਜੀ ਨੇ ਕਿਹਾ, ਜੇ ਗ੍ਰਿਫਤਾਰੀ ਹੋਈ ਸੀ ਤਾਂ ਉਹਦੀ ਲੜਾਈ ਹੋਰ ਤਰੀਕੇ ਨਾਲ ਕੀਤੀ ਜਾ ਸਕਦੀ ਸੀ। ਨਾਲ ਹੀ ਮਮਤਾ ਬੈਨਰਜੀ ਨੇ ਆਪਣੇ TMC ਦੇ ਸਾਰੇ ਵਰਕਰਾਂ ਨੂੰ ਪੂਰੇ ਦੇਸ਼ ਵਿੱਚ ਐਜੀਟੇਸ਼ਨ ਕਰਨ ਨੂੰ ਕਿਹਾ ਵਾ, ਜਿੱਦਾਂ ਕਿ TMC ਕੋਲ ਹੱਕ ਬਣਦਾ ਵਾ। ਜੇ TMC ਨੂੰ ਲੱਗਦਾ ਵਾ ਕਿ ਉਹ ਨੋਟਬੰਦੀ ਦੇ ਖਿਲਾਫ ਬੋਲ ਰਹੇ ਨੇ ਤੇ ਉਹਦੇ ਕਾਰਨ बीजेपी गवर्नमेंट स्टेप ले रही है ते पूरे देश विच उन्हां दा विरोध करना बनदा वा, जो कि उन्हां दा जायज डेमोक्रेटिक हक आ। पर जो वेस्ट बंगाल दे विच कल वापरिया, किते ना किते ममता बनर्जी आप भी सवालां दे घेरे विच घिर जांदे ने। जे उन्हां दे के MP नू CBI अरेस्ट करदी है, तुसी अपने MP नू आप ही क्लीन चिट किदां दे सकदे जो? क्लीन चिट देन दा जो रिवाज पॉलिटिकल पार्टियां विच भी चल रहा है, किते ना किते ये भी बहुत ही घातक है, क्योंकि जदों ही कोई पॉलिटिकल पार्टी दा लीडर उत्ते इल्जाम लगदे आ, वो पॉलिटिकल पार्टी राइट वे अपने लीडर नू क्लीन चिट दिंदी आ। सबदीप जी तुहाडे तो शुरू करूंगा।
पूरे देश प्रोटेस्ट करने की गल की जा रही है, जो कि टीएमसी का हक भी बनता वा। पर दूजे पासे जे बीजेपी की गल करिए, पहली बार नहीं होया। अजीत जी ने हुणे एक होर इशू भी डिस्कस किया सी, जिथे कि बीजेपी के वर्कर्स नूं जान नहीं दिता गया। एक पासे नरेंद्र मोदी नूं डिक्टेटर आख्या जा रहा वा, ते दूजे पासे ममता बनर्जी वास्ते जे मैं डिक्टेटर शब्द इस्तेमाल करा ते की वो जायज होगा, या फिर जे मोदी साहब या कोई होर दुर्वरतों करदा वो डिक्टेटर ने, पर ममता बनर्जी डिक्टेटर नहीं ने। दो मुद्दे साडे सामने ने, एक कल बीजेपी दा ऑफिस, एक आज तो 20 दिन पहला वापरी घटना जिथे कि बीजेपी दे उस पिंड विच बीजेपी दे वर्कर्स नूं एंटर तक नहीं करन दिता गया सी। हरप्रीत जी, मैं बेअंत सिंह तो लैके गुजरात के मुख्य मंत्री नरेंद्र मोदी, पंजाब के डिप्टी चीफ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਮਮਤਾ ਬੈਨਰਜੀ ਤੱਕ ਗੱਲ ਕੀਤੀ ਹੈ, ਸਾਰੇ ਦੇ ਸਾਰੇ ਇੱਕ ਤਰ੍ਹਾਂ ਨਾਲ ਤਾਨਾਸ਼ਾਹੀ ਤਰੀਕੇ ਦੇ ਨਾਲ ਹੀ ਬਿਹੇਵ ਕਰਦੇ ਨੇ। ਔਰ ਅਜੀਤ ਜੀ ਨੇ ਇਹਦੇ ਵਿੱਚ ਸ਼ਿਵ ਸੈਨਾ ਦੇ ਵਰਤਾਰੇ ਨੂੰ ਵੀ ਜੋੜ ਦਿੱਤਾ, ਜਿਹੜਾ ਮੈਂ ਮਿਸ ਕਰ ਗਿਆ ਸੀ। ਇਹ ਇੱਕ ਸੱਚਾਈ ਹੈ, ਇਸ ਤਰੀਕੇ ਦੇ ਨਾਲ ਇਹ ਪਾਰਟੀਆਂ ਇਦਾਂ ਹੀ ਬਿਹੇਵ ਕਰਦੀਆਂ। ਇੱਕ ਗੱਲ ਜਿਹੜੀ ਅਜੀਤ ਜੀ ਨੇ ਕੀਤੀ ਇੱਕ ਖਾਸ ਘਟਨਾ ਦੇ ਪ੍ਰਸੰਗ ਦੇ ਵਿੱਚ, ਮੈਂ ਉਹਦੇ ਤੇ ਇੱਕ ਨਵੀਂ ਗੱਲ ਇਹ ਵੀ ਜੋੜ ਦੇਣਾ ਚਾਹੁੰਦਾ। ਪੱਛਮੀ ਬੰਗਾਲ ਦੇ ਪ੍ਰਸੰਗ ਦੇ ਵਿੱਚ ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਇਹ ਕਿਹਾ ਸੀ ਕਿ ਰੇਲ ਸਾਹਿਬ ਦੇ ਪ੍ਰਸ਼ਾਸਨ ਤੋਂ ਲੈ ਕੇ ਲੈਫਟ ਦੇ 34 ਸਾਲਾਂ ਤੱਕ ਚੱਲਦੇ ਵਰਤਾਰੇ ਤੋਂ ਬਾਅਦ ਦੂਜੀ ਟਰਮ ਮਮਤਾ ਬੈਨਰਜੀ ਦੀ, ਇਹਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਵਰਕਰਾਂ ਦੇ ਹਿੰਸਕ ਟਕਰਾਅ ਹੁੰਦੇ ਆਏ। ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਹੁਣ ਜਦੋਂ टीएमसी ਦੇ ਇੱਕ ਨੇਤਾ ਨੂੰ ਗ੍ਰਿਫਤਾਰ ਕੀਤਾ ਗਿਆ, टीएमसी ਇਸ ਤਰੀਕੇ ਦੇ ਨਾਲ ਹਿੰਸਕ ਪ੍ਰਦਰਸ਼ਨ ਦੇ ਉੱਤੇ ਉਤਰ ਆਈ, ਉਹਨੇ बीजेपी ਦੇ ਦਫ਼ਤਰ ਦੇ ਉੱਤੇ ਅਟੈਕ ਕੀਤਾ, ਸਾਰਾ ਮੀਡੀਆ ਉਸ ਗੱਲ ਨੂੰ ਪ੍ਰਚਾਰ ਰਿਹਾ। ਪਰ ਇਹ ਇੱਕ ਉਸ ਤੋਂ ਵੱਡੀ ਸੱਚਾਈ ਹੈ ਕਿ CPIM ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਕਸਬਿਆਂ ਤੱਕ 1000 ਤੋਂ ਵੱਧ ਦਫ਼ਤਰ TMC ਦੀ ਹਿੰਸਾ ਕਰਕੇ ਬੰਦ ਕਰਨੇ ਪੈ ਗਏ ਨੇ। ਪਰ ਪੰਜਾਬ ਦੇ ਵਿੱਚ ਤਾਂ ਇਹਦੀ ਹਵਾ ਕੀ, ਕਿਸੇ ਨੈਸ਼ਨਲ TV ਚੈਨਲ ਦੇ ਉੱਤੇ ਵੀ ਕਦੇ ਇਸ ਗੱਲ ਦੀ ਚਰਚਾ ਨਹੀਂ ਛਿੜੀ ਕਿ ਇੱਕ ਵਿਰੋਧੀ ਪਾਰਟੀ ਜਿਹੜੀ ਇੰਨੇ ਸਾਲ ਰਾਜ ਕਰਦੀ ਰਹੀ ਆ, ਦੂਸਰੀ ਪਾਰਟੀ ਨੇ ਆ ਕੇ ਉਹਦੇ 1000 ਤੋਂ ਵੱਧ ਦਫ਼ਤਰਾਂ ਨੂੰ ਬੰਦ ਕਰਵਾ ਦਿੱਤਾ ਹਿੰਸਾ ਕਰ ਕਰਕੇ। ਔਰ ਦਫ਼ਤਰਾਂ ਦੇ ਵਿੱਚ ਜਾਣ ਦੀ ਹਿੰਮਤ ਲੈਫਟ ਦੀ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਦੀ ਨਹੀਂ ਪੈ ਰਹੀ। ਉਹ ਆਪਣੇ ਹੈੱਡਕੁਆਟਰਾਂ ਤੱਕ ਸਿਮਟ ਕੇ ਰਹਿ ਗਏ ਨੇ ਜਾਂ ਚੋਣਾਂ ਦੇ ਵਿੱਚ ਸੁਰੱਖਿਆ ਲੈ ਕੇ ਜਾਂਦੇ ਨੇ। ਇਸ ਤਰ੍ਹਾਂ ਦੇ ਹਾਲਾਤ ਜੇ ਪੈਦਾ ਕੀਤੇ ਨੇ ਤੇ ਲਾਜ਼ਮੀ ਹੈ ਕਿ ਇੱਕ ਤਰ੍ਹਾਂ ਨਾਲ ਮਮਤਾ ਬੈਨਰਜੀ ਜਿਹੜੀ ਆ ਉਹ ਪੂਰੀ ਤਰ੍ਹਾਂ ਤਾਨਾਸ਼ਾਹੀ ਤਰੀਕੇ ਦੇ ਨਾਲ ਵਿਚਰਦੀ ਹੈ। ਔਰ ਮਮਤਾ ਬੈਨਰਜੀ ਜੇ ਪੁਲਿਸ ਦੀ ਵਰਤੋਂ, ਵਰਕਰਾਂ ਨੂੰ ਅੰਨੀ ਖੁੱਲ੍ਹ ਦੇਣ ਦੀ ਵਰਤੋਂ ਤੋਂ ਬਿਨਾਂ ਵੀ ਜੇ ਗੱਲ ਕਰ ਲਈਏ ਤਾਂ ਉਹਨਾਂ ਦੀ ਬਿਆਨਬਾਜ਼ੀ, ਉਹਨਾਂ ਦੀ ਭਾਸ਼ਾ, ਸਾਰੇ ਕੁਝ ਦੇ ਵਿੱਚ ਹਿੰਸਾ ਸ਼ਾਮਲ ਹੈ। ਔਰ ਜਿਨ੍ਹਾਂ ਨੇਤਾਵਾਂ ਦੀ ਭਾਸ਼ਾ ਦੇ ਵਿੱਚ ਹਿੰਸਾ ਸ਼ਾਮਲ ਹੈ, ਜਿਵੇਂ ਮੈਂ ਪਹਿਲਾਂ ਵੀ 2-3 ਨਾਂ ਲੈ ਚੁੱਕਾ ਹਾਂ, ਬੇਅੰਤ ਸਿੰਘ, ਨਰਿੰਦਰ ਮੋਦੀ, ਮਮਤਾ ਬੈਨਰਜੀ, ਉਹਨਾਂ ਦੇ ਵਰਕਰ ਵੀ ਤੇ ਉਹਨਾਂ ਦੇ ਜਿਹੜੇ ਅੰਡਰ ਕੰਮ ਕਰਦੀ ਪੁਲਿਸ ਵੀ ਆ, ਉਹ ਲਾਜ਼ਮੀ ਤੌਰ ਤੇ ਉਸ ਤਾਨਾਸ਼ਾਹ ਨੇਤਾ ਦੇ ਨੂੰ ਖੁਸ਼ ਕਰਨ ਦੇ ਰਵੱਈਏ ਮੁਤਾਬਕ ਚੱਲਦੀ ਰਹੇਗੀ, ਜਾਂ ਫਿਰ ਇਸ ਗੱਲ ਤੋਂ ਡਰਦੀ ਰਹੇਗੀ ਕਿ ਜੇ ਅਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ ਤੇ ਉਹਦੀ ਸਜ਼ਾ ਖਾਣੀ ਪਊਗੀ। ਪੁਲਿਸ ਅਫਸਰ ਵੀ ਡਰ ਜਾਣ ਕਿਸੇ ਰਾਜ ਦੇ ਅੰਦਰ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਾਈਨ ਨੇ ਔਰ ਬਹੁਤ ਸਾਰੇ ਨੇਤਾਵਾਂ ਨੇ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਡਰਾ ਕੇ ਰੱਖਿਆ ਵੀ ਹੋਇਆ। सीपी सिंह जी, ਤੁਸੀਂ ਕਮੈਂਟ ਕਰਨਾ ਚਾਹੁੰਦੇ? ਜੀ ਇੱਥੇ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗਾ। ਤੁਸੀਂ ਲਾਸਟ ਵੀਕ ਸ਼ਾਇਦ ਇੱਕ ਘਟਨਾ ਹੋਈ ਸੀਗੀ ਤ੍ਰਿਣਮੂਲ ਕਾਂਗਰਸ ਦੇ ਐਕਟਰ ਟਰਨਡ ਪੋਲੀਟੀਸ਼ੀਅਨ ਤਪਸਪਾਲ ਦੇ ਨਾਲ, ਜਿਨ੍ਹਾਂ ਨੂੰ ਕਿ CBI ਨੇ ਅਰੈਸਟ ਕੀਤਾ ਸੀਗਾ। ਉਸ ਅਰੈਸਟ ਦੇ ਉੱਪਰ ਵੀ ਜਿਹੜੀ ਮਮਤਾ ਬੈਨਰਜੀ ਦਾ ਜਿਹੜਾ ਬਿਆਨ ਆਇਆ ਸੀਗਾ ਉਹ ਵੀ ਇੰਨਾ ਐਗਰੈਸਿਵ ਬਿਆਨ ਸੀਗਾ ਕਿ ਤੁਸੀਂ ਈਜ਼ੀਲੀ ਉਸ ਤੋਂ ਜੱਜ ਕਰ ਸਕਦੇ ਹੋ ਕਿ ਇੱਕ ਚੀਫ ਮਿਨਿਸਟਰ ਆਪਣੀ ਪਾਵਰਸ ਦਾ ਇਸਤੇਮਾਲ ਕਿਸ ਤਰ੍ਹਾਂ ਕਰ ਰਿਹਾ ਹੈ। ਲਾਈਕ ਉਹਨਾਂ ਨੇ ਸਿੱਧਾ ਇਹ ਕਿਹਾ ਸੀ ਕਿ ਜਿਹੜੀ ਪੋਲਿਟਿਕਸ ਹੋ ਰਹੀ ਹੈ ਇਹ ਰਿਵੈਂਜ ਦੀ ਪੋਲਿਟਿਕਸ ਹੋ ਰਹੀ ਹੈ। ਉਹਨਾਂ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਸੀ ਕਿ ਮੋਦੀ ਸਾਹਿਬ ਅਗਰ ਇਹ ਸੋਚਦੇ ਹੈ ਕਿ ਸਾਡੇ ਜਿਹੜੇ ਪਾਰਲੀਮੈਂਟ ਮੈਂਬਰਸ ਨੇ ਉਹਨਾਂ ਨੂੰ ਜਾਂ MLAs ਨੂੰ ਅਰੈਸਟ ਕਰਕੇ ਉਹ ਸਮਝਦੇ ਹੈ ਕਿ ਅਸੀਂ ਭੱਜ ਜਾਵਾਂਗੇ, ਤਾਂ ਅਸੀਂ ਉਹਨਾਂ ਨੂੰ ਭੱਜਣ ਨਹੀਂ ਦੇਵਾਂਗੇ। ਸੋ ਕਿਤੇ ਨਾ ਕਿਤੇ ਇਦਾਂ ਦੀ ਐਗਰੈਸਿਵ ਪੋਲਿਟਿਕਸ ਜਿਹੜੀ ਹੋ ਰਹੀ ਹੈ, ਐਗਰੈਸਿਵ ਲੀਡਰ ਜਿਹੜੇ ਬਿਆਨਾਤ ਕਰਦੇ ਆ, ਉਸ ਚੀਜ਼ ਤੋਂ ਸ਼ਾਇਦ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਜੋ ਉਸਦਾ ਲੈਵਲ ਹੈ ਔਰ ਜੋ ਉਸਦਾ ਰਿਜ਼ਲਟ ਆਉਂਦਾ ਹੈ ਉਹ ਆਮ ਜਨਤਾ ਦੇ ਉੱਪਰ ਇਫੈਕਟ ਕਰਦਾ ਹੈ। ਕੱਲ ਜੋ ਘਟਨਾ ਹੋਈ, ਪੱਥਰਬਾਜ਼ੀ ਹੋਈ ਹੈ, ਜੋ ਉੱਥੇ ਉਹਨਾਂ ਨੇ ਤੋੜ ਭੰਨ ਕੀਤੀ, ਗੱਡੀਆਂ ਦੇ ਸ਼ੀਸ਼ੇ ਤੋੜੇ ਗਏ, ਉਹ ਆਮ ਲੋਕਾਂ ਦੀਆਂ ਗੱਡੀਆਂ ਸੀ, ਕੋਈ ਪੋਲਿਟਿਕਸ ਦੀਆਂ ਗੱਡੀਆਂ ਨਹੀਂ ਸੀਗੀਆਂ। ਸੋ ਇੱਕ ਉਸ ਰੁਤਬੇ ਤੇ ਬੈਠ ਕੇ ਤੁਸੀਂ ਏਦਾਂ ਦਾ ਐਕਟ ਕਰਦੇ ਹੋ, ਏਦਾਂ ਦੀ ਚੀਜ਼ ਨੂੰ ਤੁਸੀਂ ਅੰਜਾਮ ਦਿਵਾਉਂਦੇ ਹੋ ਲੋਕਾਂ ਦੇ ਥਰੂ,
ਜਿੱਥੇ ਕਿ ਇਹ ਚੀਜ਼ ਕਲੀਅਰ ਨਹੀਂ ਹੋ ਪਾਉਂਦੀ ਕਿ ਤੁਹਾਡਾ ਗੁੱਸਾ ਜ਼ਾਹਰ ਹੋ ਰਿਹਾ ਹੈ ਜਾਂ ਤੁਸੀਂ ਕੀ ਦਿਖਾਣਾ ਚਾਹੁੰਦੇ ਹੋ। ਇੱਕ ਪਾਸੇ ਤੁਸੀਂ ਨੋਟਬੰਦੀ ਦੇ ਖਿਲਾਫ ਗੱਲ ਕਰ ਰਹੇ ਹੋ, ਇੱਕ ਪਾਸੇ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਉਹ ਅਰੈਸਟ ਕਰਕੇ ਦਿਖਾਣ, ਅਸੀਂ ਭੱਜਣ ਨਹੀਂ ਦੇਵਾਂਗੇ। ਚੀਫ ਮਿਨਿਸਟਰ ਜਾਂ ਇੱਕ ਇਹੋ ਜਿਹੇ ਅਹੁਦੇ ਵਾਲੇ ਬੰਦੇ ਤੇ ਇਦਾਂ ਦੀ ਸ਼ਬਦਾਵਲੀ ਜਾਂ ਇਦਾਂ ਦੇ ਜਿਹੜੇ ਬਿਆਨ ਦਿੰਦੇ ਨੇ ਉਹ ਸ਼ੋਭਾ ਨਹੀਂ ਦਿੰਦੇ। ਸੋ ਇਸ ਕਰਕੇ ਜਿਹੜੀ ਇੰਡੀਆ ਦੀ ਪੋਲਿਟਿਕਸ ਹੈ ਆਈ ਥਿੰਕ ਬਹੁਤ ਜ਼ਿਆਦਾ ਹੋਰ ਹੀ ਪਾਸੇ ਨੂੰ ਤੁਰ ਪਈ ਹੈ। ਸੋ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਕੱਲ ਦਾ ਵੀ ਜਿਹੜਾ ਐਕਟ ਹੋਇਆ ਬੜਾ ਮੰਦਭਾਗਾ ਹੈ ਔਰ ਇਦਾਂ ਨਹੀਂ ਹੋਣਾ ਚਾਹੀਦਾ ਸੀ। ਇਹਦੇ ਵਿੱਚ ਆਮ ਜਨਤਾ ਦਾ ਨੁਕਸਾਨ ਜ਼ਿਆਦਾ ਹੁੰਦਾ। ਅਜੀਤ ਜੀ, ਆਪਣੇ ਸਾਰੇ ਹੀ ਦਰਸ਼ਕ, ਜ਼ਿਆਦਾਤਰ ਦਰਸ਼ਕ ਮੋਸਟਲੀ ਪੰਜਾਬੀ ਨੇ, ਪੰਜਾਬ ਦੀ ਰਾਜਨੀਤੀ ਤੋਂ ਜੋੜ ਕੇ ਇਹਨੂੰ ਮੈਂ ਜ਼ਰੂਰ ਦੇਖਣਾ ਚਾਹੂੰਗਾ। ਜੇ ਅਸੀਂ ਜਾਂ ਕੋਈ ਹੋਰ ਮੀਡੀਆ ਕਹੇ ਕਿ ਸੁਖਬੀਰ ਬਾਦਲ ਪੁਲਿਸ ਦਾ ਇਸਤੇਮਾਲ ਕਰਦਾ ਵਾ, ਦਰਸ਼ਕ ਬੜੀਆਂ ਤਾਰੀਆਂ ਮਾਰਦੇ ਨੇ, ਪਰ ਜੇ ਇਦਾਂ ਦਾ ਡਿਕਟੇਟਰਸ਼ਿਪ ਦਾ ਇਲਜ਼ਾਮ ਅਸੀਂ ਮਮਤਾ ਬੈਨਰਜੀ ਜਾਂ ਕੇਜਰੀਵਾਲ ਸਾਹਿਬ ਉੱਤੇ ਲਾਉਂਦੇ ਆ ਤੇ ਦਰਸ਼ਕਾਂ ਨੂੰ ਕਿਤੇ ਨਾ ਕਿਤੇ ਚੰਗਾ ਨਹੀਂ ਲੱਗਦਾ। ਪਰ ਜਦੋਂ ਡਿਕਟੇਟਰਸ਼ਿਪ ਵਰਗੀ ਡਿਕਟੇਟਰਸ਼ਿਪ ਜਿਹਦੇ ਜੋ ਪਾਵਰ 'ਚ ਜੋ ਪਾਰਟੀ ਪਾਵਰ 'ਚ ਆ, ਉਹ ਪੁਲਿਸ ਨੂੰ ਇਸਤੇਮਾਲ ਕਰਕੇ ਡਿਕਟੇਟਰਸ਼ਿਪ ਦਾ ਇਸਤੇਮਾਲ ਡਿਕਟੇਟਰਸ਼ਿਪ ਕਰ ਰਹੀ ਆ, ਪਰ ਜੋ ਪਾਵਰ 'ਚ ਨਹੀਂ ਆ ਉਹਨਾਂ 'ਚ ਵੀ ਦੇਖਿਆ ਜਾ ਸਕਦਾ ਕਿ ਡਿਕਟੇਟਰਸ਼ਿਪ ਦਾ ਐਟੀਟਿਊਡ ਤੇ ਉਹਨਾਂ ਬੰਦਿਆਂ ਵਿੱਚ ਵੀ ਆ। ਕਿੱਦਾਂ ਤੁਸੀਂ ਮਮਤਾ ਬੈਨਰਜੀ ਦੀ ਜੋ ਵੈਸਟ ਬੰਗਾਲ ਦੇ ਵਿੱਚ ਜਿੱਦਾਂ ਪੁਲਿਸ ਨੇ ਕੰਮ ਕੀਤਾ ਜਾਂ ਪੂਰਾ ਇਨਸੀਡੈਂਟ ਸਾਹਮਣੇ ਆਇਆ, ਸੁਖਬੀਰ ਬਾਦਲ ਜਾਂ ਪੰਜਾਬ ਪੁਲਿਸ ਦੇ ਕੰਟਰੋਲ ਨੂੰ ਕਿੱਦਾਂ ਤੁਸੀਂ ਅੱਡ ਕਰਕੇ ਦੇਖੋਗੇ ਇਹਨੂੰ? ਦੇਖੋ, ਪੰਜਾਬ ਪੁਲਿਸ ਦੀ ਜਿਹੜਾ ਵਰਤੇਰਾ ਜਾਂ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਹੋ, ਮੇਰਾ ਖਿਆਲ ਹੈ ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਕੋਈ ਘਾਟ ਨਹੀਂ ਹੋਏਗੀ ਜਾਂ ਜ਼ਿਆਦਤੀਆਂ ਪੁਲਿਸ ਨਹੀਂ ਕਰ ਜਾਂਦੀਆਂ ਜਾਂ ਪੋਲੀਟੀਸ਼ੀਅਨ ਜਿਹੜੇ ਹੈਗੇ ਆਪਣੇ ਹਿਸਾਬ ਦੇ ਨਾਲ ਕਈ ਚੀਜ਼ਾਂ ਨੂੰ ਚਲਾਉਣ ਵਾਸਤੇ ਉਹ ਵਧੀਕੀ ਨਹੀਂ ਕਰਾ ਲੈਂਦੇ ਪੁਲਿਸ ਤੋਂ। ਪਰ ਇਸ ਹੱਦ ਤੱਕ ਜਿਵੇਂ ਦੀ ਗੱਲਾਂ ਮਹਾਰਾਸ਼ਟਰ 'ਚ ਹੁੰਦੀਆਂ ਨੇ ਸ਼ਿਵ ਸੈਨਾ ਤੇ ਨਵ ਨਿਰਮਾਣ ਸੈਨਾ ਵੱਲੋਂ, ਜਾਂ ਜਿਹੋ ਜਿਹੀ ਰਾਜਨੀਤੀ ਜਾਂ ਜਿਹੋ ਜਿਹਾ ਪੁਲਿਸ ਪ੍ਰਸ਼ਾਸਨਿਕ ਮਤਲਬ ਵੀ ਬੰਦੋਬਸਤ ਜਿਹੜਾ ਹੈਗਾ ਉਹ ਪੱਛਮੀ ਬੰਗਾਲ 'ਚ ਹੋਇਆ, ਮੇਰਾ ਖਿਆਲ ਹੈ ਪੰਜਾਬ ਦੀਆਂ ਘਟਨਾਵਾਂ ਦੀ ਉਸ ਹੱਦ ਤੱਕ ਤੁਲਨਾ ਤਾਂ ਕਰਨੀ ਜਾਇਜ਼ ਨਹੀਂ ਹੋਏਗੀ। ਹਾਲਾਂਕਿ ਕੋਈ ਕਲੀਨ ਚਿੱਟ ਦੇਣ ਵਾਲੀ ਗੱਲ ਨਹੀਂ ਹੈਗੀ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਇੱਕ ਸ਼ਾਰਦਾ ਚਿੱਟ ਫੰਡ ਘੁਟਾਲੇ ਦੀ ਗੱਲ ਚੱਲੀ ਸੀ, ਉਹਦੇ ਵੀ ਜਗ੍ਹਾ ਤਾਰ ਜਾ ਕੇ ਇਹਦੇ ਨਾਲ TMC ਨਾਲ ਜੁੜਦੇ ਸੀ। ਹੁਣ ਜਿਹੜਾ ਇਹ ਰੋਜ਼ ਵੈਲੀ ਚਿੱਟ ਫੰਡ ਘੁਟਾਲਾ ਹੈ, ਇਹਨਾਂ ਦੇ ਵਿੱਚ MP ਜਿਹੜੇ ਇਨਵੋਲਵ ਹੋ ਰਹੇ ਨੇ, 5 ਸਾਲ ਤੋਂ ਰਾਜ ਪਹਿਲਾਂ ਕਰ ਲਿਆ ਮਮਤਾ ਬੈਨਰਜੀ ਨੇ। ਜੇ ਉਹਨੂੰ ਲੱਗਦਾ ਹੈ ਕਿ ਇਹ ਲੋਕੀ ਸਹੀ ਨੇ ਤਾਂ ਉਹਨਾਂ ਨੂੰ ਤੱਥ ਸਾਹਮਣੇ ਲਿਆ ਕੇ ਲੋਕਾਂ ਦੇ ਰੱਖ ਦੇਣੇ ਚਾਹੀਦੇ ਸੀ। ਉਹ ਇਸ ਚੀਜ਼ ਨੂੰ ਸਾਹਮਣੇ ਲਿਆ ਕੇ ਉਹਨਾਂ ਦੀ ਸਫਾਈ ਦੇ ਦਿੰਦੇ, ਉਹਨਾਂ ਨੂੰ ਸਾਰੀ ਕਲੀਨ ਚਿੱਟ ਫੇਰ ਦਿੰਦੇ, ਚੰਗੇ ਲੱਗਦੇ ਸੀ। ਸਿਰਫ ਉਹ ਤੱਥਾਂ ਨੂੰ ਸਾਹਮਣੇ ਆਉਣ ਤੋਂ ਰੋਕਣ ਵਾਸਤੇ ਤੁਸੀਂ ਇੱਕ ਕਾਲ ਦਿੰਦੇ ਹੋ ਕਿ ਪੂਰੇ ਹਿੰਦੁਸਤਾਨ 'ਚ ਅਸੀਂ ਤਾਂ ਧਰਨੇ ਮੁਜ਼ਾਹਰੇ ਕਰਾਂਗੇ, ਜਾਂ ਉੱਥੇ ਜਿਹੜੀ ਪੁਲਿਸ ਹੈ ਉਹਦਾ ਵਰਤਾਰਾ ਜਿਹੜਾ ਹੈਗਾ ਇਹੋ ਜਿਹਾ ਹੋਵੇਗਾ ਕਿ ਜੇ BJP ਨੂੰ ਉਹਦੀ ਸੈਂਟਰ 'ਚ ਸਰਕਾਰ ਹੈ ਤਾਂ ਉਹਨਾਂ ਨੂੰ ਤੋੜ ਭੰਨ ਮਾਰਕੁੱਟ ਹੋਵੇ ਤਾਂ ਪੁਲਿਸ ਮੂਕ ਦਰਸ਼ਨ ਬਣੀ ਰਹੇ। ਉਸ ਚੀਜ਼ ਤੇ ਜ਼ੋਰ ਦਿੱਤਾ ਜਾਂਦਾ ਜੇ ਉਹ ਸਹੀ ਨੇ, ਕਿਉਂਕਿ ਰੋਜ਼ ਵੈਲੀ ਦੇ ਉੱਤੇ ਜਿਹੜੇ ਸੰਦੀਪ ਬੰਦੋਪਾਧਿਆਏ ਨੇ 60,000 ਕਰੋੜ ਰੁਪਈਆ ਇਕੱਠਾ ਕਰਨ ਦਾ ਇਹਨਾਂ ਦੇ ਦੋਸ਼ ਹੈ ਜਿਹੜੇ ਤੇ CBI ਕੰਮ ਕਰ ਰਹੀ ਹੈ। ਤਾਂ ਜਿੱਥੇ ਐਡੇ ਵੱਡੇ ਦੋਸ਼ ਨੇ, ਜੇ ਕੇਂਦਰ ਸਰਕਾਰ ਵੀ 60,000 ਦਾ ਘੁਟਾਲਾ ਕਰ ਲਵੇ ਤਾਂ ਸੰਸਦ ਬੰਦ ਹੋ ਜਾਂਦੀ ਹੈ। ਤਾਂ ਇੱਕ MP ਦੀ ਜੇ ਛਾਣਬੀਣ ਹੁੰਦੀ ਹੈ ਉਹਦੇ ਉੱਤੇ ਇਹੋ ਜਿਹਾ ਜਿਹੜਾ ਕਾਰਵਾਈ ਕਰਨੀ ਹੈ, ਇਹੋ ਜਿਹਾ ਰਿਸਪੌਂਸ ਦੇਣਾ, ਇਹ ਤਾਂ ਬਿਲਕੁਲ ਹੀ ਇੱਕ ਤਰ੍ਹਾਂ ਨਾਲ ਕਰਪਸ਼ਨ ਨੂੰ ਉਹਦੀ ਸਪੋਰਟ ਕਰਨਾ ਜਾਂ ਕੀਤੀ ਹੋਈ ਕਰਪਸ਼ਨ ਨੂੰ ਬਿਲਕੁਲ ਉਸੇ ਤਰ੍ਹਾਂ ਡੱਬੇ ਬੰਦ ਰਹੇ ਉਸ ਤਰ੍ਹਾਂ ਦਾ ਕਰਨ ਦੀ ਗੱਲ ਹੈ ਕਿ ਕਰਪਸ਼ਨ ਦੀ ਲੜਾਈ ਵਾਲੀ ਤਾਂ ਗੱਲ ਨਹੀਂ। ਹੁਣ ਤੁਸੀਂ ਕਿਹਾ ਸੀ ਕਿ ਉਹਦੇ ਉੱਤੇ ਤਾਲੀਆਂ ਵੱਜਦੀਆਂ ਨੇ, ਉਹ ਸਿਰਫ ਪੰਜਾਬ ਦੇ ਵਿੱਚ ਜਿਹੜੇ ਬੰਦੇ ਜਿਹੜੀ ਪਾਰਟੀ ਨਾਲ ਜੁੜੇ ਹੋਏ ਨੇ, ਕੋਈ ਵੀ ਚੀਜ਼ ਜਿਹੜੇ ਬੰਦੇ ਇਸ ਵਕਤ ਆਮ ਆਦਮੀ ਪਾਰਟੀ ਜਾਂ ਕਾਂਗਰਸ ਨਾਲ ਜੁੜੇ ਨੇ, ਤਾਂ ਜਦੋਂ ਸੁਖਬੀਰ ਬਾਦਲ ਸਾਹਿਬ ਦੀ ਕੋਈ ਗਲਤੀ ਸਾਹਮਣੇ ਆਉਂਦੀ ਹੈ ਉਹ ਤਾੜੀਆਂ ਮਾਰਦੇ ਨੇ, ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਸਾਡੀ ਫਾਇਦਾ ਦੇਗੀ। ਹੁਣ ਆਮ ਆਦਮੀ ਪਾਰਟੀ ਦੇ ਲੋਕ ਵੀ ਜ਼ਰੂਰ ਤਾੜੀਆਂ ਮਾਰਦੇ ਹੋਣਗੇ ਸੁਖਬੀਰ ਬਾਦਲ ਦੀ ਕੋਈ ਗੱਲ ਆਉਣ ਤੇ, ਉਹਨਾਂ ਨੂੰ ਲੱਗਦਾ ਕਿ ਉਹਦੇ ਨਾਲ ਸਾਨੂੰ ਫਾਇਦਾ ਹੋਏਗਾ। ਹੁਣ TMC ਤੇ ਦੀ ਮਮਤਾ ਬੈਨਰਜੀ ਤੇ ਕੇਜਰੀਵਾਲ ਸਾਹਿਬ ਅੱਜ ਕੱਲ੍ਹ ਇੱਕ ਆਪਣਾ ਜਥਾ ਬਣਾ ਕੇ ਤੁਰ ਰਹੇ ਨੇ, ਤਾਂ ਨੇਚਰਲੀ ਜਿਹੜਾ ਹੈਗਾ ਉਹਦੇ ਉੱਤੇ ਗੱਲ ਜਿਹੜੀ ਹੈਗੀ ਉਹ ਸਮਰਥਕ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਉਹ ਤਾਂ ਕਦੇ ਨਹੀਂ ਚਾਹੇਗੀ ਕਿ ਉਹਨਾਂ ਤੇ ਕੋਈ ਗੱਲ ਉੱਠੇ, ਉਹਨਾਂ ਦੀ ਉਹ ਹਰ ਗੱਲ ਦੀ ਤਾਇਦ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਹਰ ਗੱਲ ਪੋਲੀਟੀਕਲ ਲਾਈਨ ਤੇ ਡਿਸਾਈਡ ਹੁੰਦਾ ਹੈ, ਰਿਐਕਸ਼ਨ ਸੱਚਾਈ ਤੇ ਮੇਰੇ ਖਿਆਲ ਅੱਜ ਕੱਲ੍ਹ ਨਹੀਂ ਹੋ ਰਿਹਾ।
ਥੈਂਕ ਯੂ ਅਜੀਤ ਜੀ। ਸਮਾਂ ਸਾਡੇ ਕੋਲ ਅੱਜ ਘੱਟ ਹੈ ਕਿਉਂਕਿ ਜਿੱਦਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਡਿਬੇਟ ਨੰਬਰ 2 ਚ ਅਸੀਂ ਲਾਈਵ ਤੁਹਾਡੀ ਗੱਲਬਾਤ ਕਰਾਵਾਂਗੇ ਇੰਡੀਆ ਦੇ ਦਿੱਲੀ ਅਤੇ ਐਨਸੀਆਰ ਦੇ ਅਰਾਊਂਡ ਇੰਡੀਅਨ ਸਿਟੀਜ਼ਨਸ ਨਾਲ, ਤਾਂ ਕਿ ਜਾਣ ਪਾਵਾਂਗੇ ਕਿ ਡੀਮੋਨੋਟਾਈਜੇਸ਼ਨ ਬਾਰੇ ਹੁਣ ਉਹਨਾਂ ਦਾ ਕੀ ਖਿਆਲ ਹੈ। 50 ਦਿਨ ਪੂਰੇ ਹੋ ਚੁੱਕੇ ਨੇ, ਕੀ ਸਿਚੁਏਸ਼ਨ ਬਦਲੀ ਆ ਜਾਂ ਉਦਾਂ ਦੀ ਬਣੀ ਹੋਈ ਆ। ਪਰ ਉਸ ਤੋਂ ਪਹਿਲਾਂ ਮੈਂ ਇੱਕ ਮੁੱਦਾ ਹੋਰ ਟੱਚ ਕਰਨਾ ਚਾਹੁੰਦਾ ਵਾਂ ਜੋ ਸਾਨੂੰ ਲੱਗਦਾ ਹੈ ਕਿ ਇੰਪੋਰਟੈਂਟ ਹੈ ਤੇ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਆ। बेंगलोर की गल कर रहे हैं न्यू ईयर ईव ते। न्यू ईयर ईव ते बेंगलोर जो कि एक मल्टी कल्चरल शहर आ ते इंडिया दी IT हब भी आ, काफ़ी उत्थे फॉरेन कंपनीज दे हेड ऑफिस अते ऑफिसेस हैगे ने। न्यू ईयर ईव ते बेंगलोर दे विच न्यू ईयर ईव मनाउण तो बाद जदों कुड़ियां या मुंडे अपनी पार्टी सैलीब्रेट करने तो बाद रोड़ा ते आए ते कुड़ियां नाल छेड़छाड़ की गई। ये लगभग काम 1-1.5 घंटे चलिया ते तुहानू हैरानी होगी जान के 1500 पुलिस उस टाइम उत्थे नियुक्त सी। अज 3 जनवरी हो गई है ते अज तो हुण तो थोड़ा चिर पहला ही ये खबर आईयां कि FIR लॉन्च कर रही गई है। 31 दिसंबर की रात नू 1 जनवरी की सवेर नू एक काम हुंदा है कि न्यू ईयर की पार्टियां तो कुड़ियां निकल रही जो कि एक बेंगलोर का पॉश एरिया वा, अमीर एरिया वा, जिथे कि प्रशासन ने पहला ही 1500 पुलिस डिप्लॉय की सी क्योंकि उन्होंने पता सी कि इस एरिया दे विच रेस्टोरेंट्स या पब या क्लब बहुत ने ते पार्टियां बहुत हुंदियां ने। 1 जनवरी तो लैके 3 जनवरी तक FIR भी लॉन्च नहीं हुंदी। FIR भी लॉन्च उदों हुंदी आ जदों मीडिया इस गल नू चकदा वा ते बार-बार मीडिया इस गल दे उत्ते डिबेट करदा वा, डिस्कशन करदा वा, फाइनली प्रेशर बनदा वा ते पुलिस ने आज तो थोड़े चिर पहले ही जो खबर आ रही है कि FIR लॉन्च कर रही है। एक वीडियो भी दिखाऊंगा कि किस तरह इंस्टेंट ऑफ पुलिस दे उत्ते प्रेशर बनाउण दी बजाय चाहे कर्नाटका दे मिनिस्टर होन, चाहे समाजवादी पार्टी दे चीफ होन महाराष्ट्र दे, उन्हां दे की बयान आ ते की किदां सोच नाल ये लीडर काम कर रहे हैं ते मीडिया विच भी आके इदां दी गल करन तो नहीं झिझकदे। मैं इत्थे तुहानूं वीडियो दिखाऊंगा, उस तो बाद गलबात जारी रखांगे। मैंने एडिशन किया, ऐसा नहीं कि वही वजह उसकी हो सकती है। मैंने ये कहा है कि देखो अपनी सिक्योरिटी का खुद हमें ख्याल करना चाहिए। मैं भारतवर्ष का हूं, उस देश का हूं जहां पे आज भी मुस्लिम औरतें बुर्का पहनती हो तो जाने दीजिए, हिंदू औरतें तहजीब वाली अच्छे घरों की, राजा महाराजा के घरों की, आप जाइए बड़े बड़े जमींदारों के घरों की औरतें जिनको ईश्वर ने बहुत पैसा दिया है, बहुत इज्जत दिया है, उनके घर की महिलाएं भी आती हैं किसी गैर आदमी के सामने तो पल्लू झाड़ के आती हैं और पूरे बदन में कपड़े पहने रहते हैं, बदन का हिस्सा दिखता नहीं है। ये मेरे देश की तहजीब है। मगर अब वेस्टर्न कल्चर ये है कि आज वेस्टर्न कल्चर में जो हो रहा है, किसकी बच्ची रात को कहां है, किसकी बच्ची किस तरह घूम रही है, वहां इसका ख्याल माँ बाप नहीं करते, लेकिन मेरे देश में करते हैं। मैं इस बात को मानता हूं कि अगर मेरी बहन, मेरी बेटी रात को सूरज डूबने के बाद किसी गैर लड़के के साथ जाकर के 31st नाइट मनाए और उसके साथ उसका बाप ना हो, उसका पति ना हो और वो गैर मर्दों के साथ हो, तो और मैं ये एक्सपेक्ट करूं कि उसके साथ बड़े सम्मान के साथ रहेंगे, गलत है। इस पे बहुत लोग नाराज मुझसे होंगे, चलेगा, नाराज हो जाए तो चलेगा, लेकिन सच्चाई है ये। लेकिन हमेशा एक तर्क ये दिया जाता है कि महिलाओं की सुरक्षा के लिए ये ज्यादा जरूरी है कि उन्हें क्या कपड़े पहने जाए, ये बताने की बजाय लड़कों को ये बताया जाए कि महिलाओं के साथ पेश कैसे आया जाए। इस तर्क को लेकर के आपकी क्या राय है? अगर आप कहीं पे पेट्रोल होगा, आग करीब आएगी तो आग बहुत जल्दी लगेगी। पेट्रोल से आग को दूर रखना बहुत जरूरी है। आप कहेंगे कि पेट्रोल जलो ही मत तुम, मैं आग रखता हूं लेकिन पेट्रोल जले नहीं। कहीं पे शक्कर गिरी होगी तो चिमटी अपने आप आएगी, उसको आमंत्रण भेजना नहीं पड़ता है। मैं बहुत होश हवास में बोल रहा हूं कि हमें अपनी महिलाओं का सम्मान, मेरी मां है, मेरी बेटी, मेरी बहन है, उसका सम्मान, उसकी इज्जत रखने के लिए हमें इन बातों का प्रिकॉशन लेना चाहिए कि मेरी बेटी बहन आज जो है अपनी इस उम्र में कहीं भटक करके किसी आदमी के साथ जाए और उसका कुछ मजाक उड़े, उसके साथ कुछ मोलेस्टेशन इस टाइप की चीजें, वो चांस ही नहीं मिले ना। मैं क्यों इसको करूं कि पुलिस की जिम्मेदारी है, 100% पुलिस हर जगह रहना चाहिए, लेकिन कितना पुलिस रहेगी? सर महिलाएं मिठाइयां शक्कर हैं? नहीं, मैं ये नहीं कह रहा हूं। नहीं, मैंने कहा ना कि जो अट्रैक्शन जो होता है, अट्रैक्शन ये नेचर है कि मर्द औरत में अट्रैक्शन होता है, लेकिन हम अपनी मां बहनों को इन चीजों से खुद
प्रिकॉशन लेकर थोड़ा दूर रखने की जरूरत है। अब आप इस बात को, महिलाओं की आजादी पर मैं कोई वो नहीं, महिलाएं आजाद, महिलाओं का पूरा हक मिलना चाहिए देश के अंदर, मैं उसका अपोज कैसे कर सकता हूं? मैं मेरी मां बहन का अपमान कर सकता हूं क्या? लेकिन मेरी मां बहन का सम्मान के लिए भी मुझे ये प्रिकॉशन लेना चाहिए। जी, ਅਸੀਂ ਸਮਾਜਵਾਦੀ ਪਾਰਟੀ ਦੇ ਮਹਾਰਾਸ਼ਟਰ ਚੀਫ ਆਬੂ ਆਜ਼ਮੀ ਜੀ ਇਦਾਂ ਦਾ ਹੀ ਕੁਝ ਬਿਆਨ ਕਰਨਾਟਕਾ ਦੇ ਇੱਕ ਮਿਨਿਸਟਰ ਨੇ ਵੀ ਦਿੱਤਾ। ਇੰਸਟੈਡ ਆਫ ਪੁਲਿਸ ਨੂੰ ਤੇ ਉੱਤੇ ਪ੍ਰੈਸ਼ਰ ਪਾਉਣਾ ਜਾਂ ਪੁਲਿਸ ਨੂੰ ਕਹਿਣਾ ਕਿ ਇੱਥੇ ਕਾਰਵਾਈ ਕਰਨ, ਇਦਾਂ ਦੇ ਬਿਆਨ ਕਿ ਕੁੜੀਆਂ ਨੂੰ ਕੀ ਕੱਪੜੇ ਪਾਉਣੇ ਚਾਹੀਦੇ ਆ, ਕਿਹੜੇ ਟਾਈਮ ਤੇ ਬਾਹਰ ਜਾਣਾ ਚਾਹੀਦਾ। ਅਗੇਨ ਮੈਂ ਇਸ ਕੰਟਰੋਵਰਸੀਜ਼ ਨਹੀਂ ਪੈਣਾ ਚਾਹੁੰਦਾ ਕਿ ਕਿੰਨੇ ਵਜੇ ਬਾਹਰ ਜਾਣਾ ਚਾਹੀਦਾ ਜਾਂ ਕਿੰਨੇ ਵਜੇ ਨਹੀਂ ਬਾਹਰ ਜਾਣਾ ਚਾਹੀਦਾ। ਹਰ ਬੰਦੇ ਦੀ ਪਰਸਨਲ ਚੋਇਸ ਹੈ, ਨਾ ਹੀ ਮੈਂ ਡਿਬੇਟ ਨੂੰ ਪਰਸਨਲ ਚੋਇਸ ਵੱਲ ਲੈ ਕੇ ਜਾਣਾ ਚਾਹੁੰਦਾ ਵਾਂ। ਸਬਦੀਪ ਜੀ, ਫਿਰ ਤੋਂ ਤੁਹਾਡੇ ਤੋਂ ਸ਼ੁਰੂ ਕਰੂੰਗਾ। ਨਿਊ ਈਅਰ ਦੀ ਰਾਤ ਨੂੰ ਇਨਸੀਡੈਂਟ ਹੁੰਦਾ ਜਿੱਥੇ ਕਿ ਇੱਕ ਨਹੀਂ ਕਈ ਕੁੜੀਆਂ ਨਾਲ ਛੇੜਛਾੜ ਕੀਤੀ ਜਾਂਦੀ ਆ ਤੇ ਲਗਭਗ ਇਹ ਕੰਮ 1.5 ਘੰਟੇ ਚੱਲਦਾ ਵਾ। ਪੁਲਿਸ 1500 ਪੁਲਿਸ ਵਾਲੇ ਉੱਥੇ ਮੌਜੂਦ ਨੇ। 3 ਦਿਨਾਂ ਬਾਅਦ FIR ਕੱਟਦੀ ਆ, ਉਹ ਵੀ ਮੀਡੀਆ ਦੇ ਪ੍ਰੈਸ਼ਰ ਪਾਉਣ ਤੋਂ ਬਾਅਦ। ਤੇ ਇੱਕ ਨਹੀਂ 2 ਪਾਰਟੀਆਂ ਦੇ ਲੀਡਰ ਜੋ ਬਿਆਨ ਤੁਸੀਂ ਸਮਾਜਵਾਦੀ ਪਾਰਟੀ ਦੇ ਲੀਡਰ ਸੁਣਿਆ, ਇਦਾਂ ਦਾ ਹੀ ਮਿਲਦਾ ਬਿਆਨ ਕਰਨਾਟਕਾ ਦੇ ਮਿਨਿਸਟਰ ਨੇ ਦਿੱਤਾ। 2 ਡਿਫਰੈਂਟ ਪਾਰਟੀਆਂ ਦੇ ਲੀਡਰ ਬਿਆਨ ਦਿੰਦੇ ਆ, ਜਦਕਿ ਪੁਲਿਸ ਨੂੰ ਕਾਰਵਾਈ ਕਰਨ ਦੀ ਗੱਲ ਨਹੀਂ ਕਰਦੇ। ਕੁੜੀਆਂ ਨੂੰ ਕਿੰਨੇ ਵਜੇ ਘਰੇ ਆਉਣਾ ਚਾਹੀਦਾ ਵਾ, ਕੀ ਕੱਪੜੇ ਪਾਉਣੇ ਚਾਹੀਦਾ ਵਾ, ਕਿੱਦਾਂ ਇੰਡੀਆ ਵੈਸਟਰਨ ਹੋ ਰਿਹਾ ਵਾ, ਉਹਦੇ ਉੱਤੇ ਕਮੈਂਟ ਕਰਦੇ ਨੇ। ਹਰਪ੍ਰੀਤ ਜੀ, ਗੱਲ ਇਹ ਆ ਕਿ ਸਾਡੇ ਸੰਵਿਧਾਨ ਦੇ ਵਿੱਚ ਤਾਂ ਬਹੁਤ ਆਸਾਨੀ ਨਾਲ ਲਿਖ ਦਿੱਤਾ ਗਿਆ ਕਿ ਇਸਤਰੀ ਤੇ ਮਰਦ ਬਰਾਬਰ ਹਨ, ਪਰ ਜੇ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਲਗਭਗ 70 ਸਾਲ ਹੋਣ ਵਾਲੇ ਨੇ, ਉਹਨਾਂ ਸਾਲਾਂ ਦੇ ਆਧਾਰ ਦੇ ਉੱਤੇ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਇਸਤਰੀ ਤੇ ਮਰਦ ਦੀ ਬਰਾਬਰੀ ਸਿਰਫ ਕਾਗਜ਼ਾਂ ਤੱਕ ਸਿਮਟੀ ਹੋਈ ਆ। ਉਸ ਤੋਂ ਅਗਾਂਹ ਅਮਲ ਦੇ ਵਿੱਚ ਜਦੋਂ ਅਸੀਂ ਉਹਦੀ ਪ੍ਰੈਕਟਿਸ ਦੇਖਦੇ ਹਾਂ ਤਾਂ ਉਹ ਬਿਲਕੁਲ ਉਲਟੀ ਦਿਸ਼ਾ ਦੇ ਵਿੱਚ ਜਾਂਦੀ ਹੈ। ਅਸੀਂ ਇਸ ਗੱਲ ਦੇ ਬੜੇ ਦਾਅਵੇ ਕਰਦੇ ਹਾਂ ਕਿ ਸਾਡਾ ਦੇਸ਼ ਬੜਾ ਵਿਕਸਿਤ ਹੋ ਰਿਹਾ, ਸਾਡੇ ਦੇਸ਼ ਦੇ ਵਿੱਚ ਮਾਡਰਨਿਟੀ ਆ ਗਈ ਹੈ, ਪਰ ਜਿਹੜੇ ਸ਼ਹਿਰ ਦੀਆਂ ਅਸੀਂ ਗੱਲਾਂ ਕਰਦੇ ਹਾਂ, ਜੇ ਹੁਣ ਅਸੀਂ ਬੰਗਲੌਰ ਦੀ ਗੱਲ ਕਰੀਏ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਬੈਂਗਲੁਰੂ ਹੋ ਗਿਆ, ਉਹਨੂੰ ਅਸੀਂ ਸਭ ਤੋਂ ਵੱਡੀ ਨਵੇਂ ਬਣ ਰਹੇ ਸਮਾਜ ਦੀ ਹੱਬ ਵਜੋਂ ਤਸਲੀਮ ਕਰਦੇ ਹਾਂ। ਪਰ ਇੱਥੋਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਖਬਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਆਰਥਿਕ ਤਰੱਕੀ, IT ਸੈਕਟਰ ਦੇ ਵਿਕਾਸ, ਨੌਕਰੀਆਂ ਦੇ ਵਿੱਚ ਵੱਡੇ ਵੇਜੇਜ ਮਿਲਣ ਦੇ ਨਾਲ, ਵੱਡੇ ਪੈਕੇਜ ਮਿਲਣ ਦੇ ਨਾਲ ਤੁਹਾਡੀ ਮਨੋਦਸ਼ਾ ਕਦੇ ਵੀ ਤਬਦੀਲ ਨਹੀਂ ਹੁੰਦੀ। ਸਵਾਲ ਇਹ ਉੱਠਦਾ ਵਾ ਕਿ ਜੇ ਇਹ ਗੱਲ ਲਾਗੂ ਅਸੀਂ ਜਦੋਂ ਕਰਨ ਤੁਰਦੇ ਹਾਂ, ਅਸੀਂ ਇਹ ਤਾਂ ਸਲਾਹ ਦੇ ਦਿੰਦੇ ਹਾਂ ਕਿ ਕੁੜੀਆਂ ਨੂੰ ਇੰਨੇ ਵਜੇ ਘਰ ਆ ਜਾਣਾ ਚਾਹੀਦਾ, ਅਸੀਂ ਇਹ ਤਾਂ ਸਲਾਹ ਦੇ ਦਿੰਦੇ ਹਾਂ ਕਿ ਕੁੜੀਆਂ ਨੂੰ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ, ਪਰ ਕੀ ਅਸੀਂ ਕਦੇ ਇਸ ਗੱਲ ਬਾਰੇ 1 ਮਿੰਟ ਲਈ ਵੀ ਸੋਚਿਆ ਕਿ ਕੁੜੀਆਂ ਦੇ ਕੱਪੜੇ ਮੁੰਡਿਆਂ ਨੂੰ ਆਕਰਸ਼ਿਤ ਕਿਉਂ ਕਰਦੇ ਨੇ? ਕਿ ਉਹਦੇ ਪਿੱਛੇ ਵੀ ਕੋਈ ਮਨੋਦਸ਼ਾ ਹੈ ਕਿ ਨਹੀਂ? ਮੇਰੇ ਖਿਆਲ ਮੁਤਾਬਕ ਜਦੋਂ ਤੱਕ ਭਾਰਤੀ ਜਨਤਾ ਦੀ, ਈਵਨ ਦੁਨੀਆ ਭਰ ਦੇ ਲੋਕਾਂ ਦੀ ਐਂਟੀ ਵਿਮਨ ਜਿਹੜੀ ਮਨੋਦਸ਼ਾ ਵਾ ਉਹਨੂੰ ਅਸੀਂ ਤਬਦੀਲ ਨਹੀਂ ਕਰ ਲੈਂਦੇ, ਇਸ ਗੱਲ ਦੀ ਗਾਰੰਟੀ ਬਿਲਕੁਲ ਵੀ ਨਹੀਂ ਹੋ ਸਕਦੀ ਕਿ ਔਰਤਾਂ ਸੁਰੱਖਿਅਤ ਨੇ। ਇਹ ਗੱਲ ਭਾਰਤ ਵਰਗੇ ਜਾਂ ਪਛੜੇ ਹੋਏ ਮੁਲਕਾਂ ਉੱਤੇ ਹੀ ਐਪਲੀਕੇਬਲ ਨਹੀਂ, ਕਿਸੇ ਹੱਦ ਤੱਕ ਇਹ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਦੇ ਉੱਤੇ ਵੀ ਐਪਲੀਕੇਬਲ ਹੈ। ਫਰਕ ਸਿਰਫ ਇੰਨਾ ਹੋ ਸਕਦਾ ਕਿ ਉੱਥੇ ਜੇ ਕੋਈ ਘਟਨਾ ਵਾਪਰੇ ਤਾਂ ਪੁਲਿਸ ਆਪਣੀ ਕਾਰਵਾਈ ਤੁਰੰਤ ਵਿੱਢ ਦਿੰਦੀ ਆ, ਤੇ ਸਾਡੇ ਦੇਸ਼ ਦੇ ਵਿੱਚ ਜਦੋਂ ਕੋਈ ਘਟਨਾ ਵਾਪਰਦੀ ਆ ਤਾਂ ਪੁਲਿਸ ਨੂੰ ਕਈ ਤਰ੍ਹਾਂ ਦੇ ਦਬਾਅ ਤੋਂ ਬਾਅਦ ਹੋਸ਼ ਆਉਂਦੀ ਹੈ, ਜਾਂ ਪੁਲਿਸ ਇੰਤਜ਼ਾਰ ਕਰਦੀ ਰਹਿੰਦੀ ਹੈ ਕਿ ਸਾਨੂੰ ਉੱਪਰੋਂ ਸਾਈਨ ਕੀ ਮਿਲਦੇ ਨੇ, ਉਹਦੇ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਇਸ ਗੱਲ ਦਾ ਸਿੱਧਾ ਅੱਜ ਤਾਜ਼ਾ ਘਟਨਾ ਨਾਲ ਬੇਸ਼ੱਕ ਕੋਈ ਕੰਸਰਨ ਨਹੀਂ, ਪਰ ਜੇ ਮੈਂ ਪੰਜਾਬ ਦੀ ਹੀ ਗੱਲ ਕਰਾਂ ਤਾਂ ਕਿਰਨਜੀਤ ਕਾਂਡ ਵਾਪਰਦਾ, ਉਹਦੇ ਖਿਲਾਫ ਬਹੁਤ ਵੱਡੀ ਮੁਹਿੰਮ ਚੱਲਦੀ ਆ, ਉਹਦੇ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਝੱਬਰ ਦੇ ਅਸੀਂ ਪਿਛਲੇ ਦਿਨ ਕੀਤੀ ਉਹਨਾਂ ਦੀ ਇੰਟਰਵਿਊ ਵੀ, ਉਹ ਆਪ ਆਦਮੀ ਪਾਰਟੀ ਦੇ ਵਿੱਚ ਜਦੋਂ ਗਏ ਨੇ ਤਾਂ ਉਦੋਂ ਵੀ ਅਸੀਂ ਇੱਕ ਗੱਲ ਦੇਖੀ ਕਿ ਉਹਨਾਂ ਦੀ ਬੱਚੀ ਦੇ ਨਾਲ ਜੋ ਕੁਝ ਵਾਪਰਿਆ ਉਹਦੇ ਖਿਲਾਫ ਇੱਕ ਵੱਡਾ ਸੰਘਰਸ਼ ਹੋਇਆ ਤਾਂ ਜਾ ਕੇ ਕਿਤੇ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ। ਫਰੀਦਕੋਟ ਦੇ ਵਿੱਚ ਇੱਕ ਸੱਤਾਧਾਰੀ ਪਾਰਟੀ ਦੇ ਗੁੰਡੇ ਜਿਹਦਾ ਨਾਮ ਨਿਸ਼ਾਨ ਸਿੰਘ ਸੀ, ਉਹ ਇੱਕ ਕੁੜੀ ਨੂੰ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਉੱਥੋਂ ਉਠਾ ਕੇ ਲੈ ਗਿਆ ਤੇ ਲਗਭਗ 1 ਮਹੀਨਾ ਲੱਗਿਆ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ।
ਇਸ ਤੋਂ ਇਹ ਜ਼ਾਹਰ ਹੋ ਜਾਂਦਾ ਕਿ ਸਾਡੇ ਦੇਸ਼ ਦੀ ਪੁਲਿਸ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਵਿਚਰਦੀ ਆ ਤਾਂ ਉਹਦਾ ਕੰਸਰਨ ਇਸ ਗੱਲ ਨਾਲ ਜੁੜਿਆ ਰਹਿੰਦਾ ਕਿ ਸਾਨੂੰ ਸੱਤਾਧਾਰੀ ਨੇਤਾਵਾਂ ਵੱਲੋਂ ਸਾਡੀ ਜਿਹੜੇ ਸਾਡੇ ਉੱਤੇ ਰਾਜ ਕਰਦੇ ਨੇ ਕੀ ਸਾਈਨ ਮਿਲਦੇ ਨੇ, ਉਸ ਤੋਂ ਬਿਨਾਂ ਅਸੀਂ ਕਾਰਵਾਈ ਨਹੀਂ ਕਰਨੀ। ਸਾਡੇ ਦੇਸ਼ ਦੇ ਵਿੱਚ ਜਿਵੇਂ ਸਬਸਿਡੀਆਂ ਸੁਗਾਤਾਂ ਦੀ ਇੱਕ ਪੋਲਿਟਿਕਸ ਚੱਲਦੀ ਹੈ, ਉਦਾਂ ਹੀ ਇਹ ਵੀ ਇੱਕ ਪੋਲਿਟਿਕਸ ਚੱਲਦੀ ਹੈ ਕਿ ਕਿਹੜਾ ਨੇਤਾ ਕਿਹੜੀ ਪਾਰਟੀ ਦੇ ਲੋਕਾਂ ਨੂੰ ਜਵਾਬ ਦੇ ਸਕਦਾ ਚੰਗੀ ਤਰੀਕੇ ਨਾਲ। ਕਿਸੇ ਵੇਲੇ ਇਹ ਗੱਲ ਚੱਲਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੀ ਆ ਜਿਹੜਾ ਬਾਦਲਾਂ ਨੂੰ ਵਧੀਆ ਤਰੀਕੇ ਦੇ ਨਾਲ ਰੋਕ ਸਕਦਾ। ਇਸੇ ਤਰ੍ਹਾਂ ਅਕਾਲੀ ਦਲ ਦੇ ਵਿੱਚ ਲੋਕੀ ਹੋ ਸਕਦੇ ਨੇ ਜਿਹੜੇ ਇਹ ਕਹਿ ਸਕਦੇ ਨੇ ਕਿ ਸੁਖਬੀਰ ਹੀ ਹੋ ਸਕਦਾ ਜਿਹੜਾ ਕੈਪਟਨ ਵਰਗੇ ਨੂੰ ਰੋਕ ਸਕੇ। ਇਹ ਵੀ ਜਿਹੜੀ ਇੱਕ ਪੋਲਿਟਿਕਸ ਬਣੀ ਹੋਈ ਆ ਕਿ ਅਸੀਂ ਕਿਸੇ ਮੁੱਦੇ ਦੇ ਆਧਾਰ ਦੇ ਉੱਤੇ, ਦੇਸ਼ ਦੇ ਆਧਾਰ ਦੇ ਉੱਤੇ, ਆਰਥਿਕ ਨੀਤੀ ਦੇ ਆਧਾਰ ਦੇ ਉੱਤੇ, ਰੁਜ਼ਗਾਰ ਦੇ ਆਧਾਰ ਉੱਤੇ ਵੋਟ ਨਹੀਂ ਦੇਵਾਂਗੇ। ਜਾਂ ਤਾਂ ਸਾਨੂੰ ਸਬਸਿਡੀਆਂ ਚਾਹੀਦੀਆਂ ਨੇ, ਜਾਂ ਸਾਨੂੰ ਸੁਗਾਤਾਂ ਚਾਹੀਦੀਆਂ ਨੇ, ਤੇ ਜਾਂ ਸਾਨੂੰ ਫਿਰ ਉਹ ਨੇਤਾ ਚਾਹੀਦਾ ਵਾ ਜਿਹੜਾ ਵਿਰੋਧੀਆਂ ਨਾਲ ਚੰਗੀ ਤਰ੍ਹਾਂ ਨਜਿੱਠ ਸਕੇ। ਜਿਵੇਂ ਅਸੀਂ ਇਸ ਤੋਂ ਪਹਿਲੇ ਹਿੱਸੇ 'ਚ ਬਹਿਸ ਕੀਤੀ ਕਿ ਸ਼ਾਇਦ ਲੋਕਾਂ ਨੂੰ ਇਹ ਲੱਗਦਾ ਕਿ ਮਮਤਾ ਬੈਨਰਜੀ ਹੈ ਜਿਹੜੀ ਲੈਫਟ ਜਾਂ ਬੀਜੇਪੀ ਨਾਲ ਨਜਿੱਠ ਸਕਦੀ ਹੈ, ਇਸ ਕਰਕੇ ਉਹਨੂੰ ਤੁਸੀਂ ਰਾਜ ਦੇ ਦਿਓ। ਇਸੇ ਤਰ੍ਹਾਂ ਜਦੋਂ ਇੱਕ ਵਾਰੀ ਲਾਲੂ ਪ੍ਰਸਾਦ ਨੇ ਰੱਥ ਰੋਕ ਲਿਆ ਸੀ ਮੰਦਰ ਅੰਦੋਲਨ ਦੇ ਦੌਰਾਨ ਲਾਲ ਕ੍ਰਿਸ਼ਨ ਅਡਵਾਨੀ ਦਾ, ਤਾਂ ਚਾਰਾ ਘੁਟਾਲੇ ਦੇ ਬਾਵਜੂਦ ਉਹ 15 ਸਾਲ ਸੱਤਾ ਦੇ ਵਿੱਚ ਰਹਿ ਗਏ। ਇਸ ਕਿਸਮ ਦੀ ਜਿਹੜੀ ਸਾਡੀ ਮਨੋਦਸ਼ਾ ਵਾ ਕਬਾਇਲੀ ਕਿਸਮ ਦੀ ਕਿ ਅਸੀਂ ਸੋ ਕਾਲਡ ਦਲੇਰੀ ਨੂੰ ਹੀ ਪੋਲਿਟਿਕਸ ਦਾ ਇੱਕ ਆਧਾਰ ਮੰਨਦੇ ਹਾਂ ਔਰ ਇਸ ਕਿਸਮ ਦੇ ਵਹਿਮ ਦੇ ਸ਼ਿਕਾਰ ਹੋ ਜਾਂਦੇ ਆ ਕਿ ਅਸੀਂ ਹੀ ਸਭ ਤੋਂ ਵੱਧ ਬਹਾਦਰ ਹਾਂ। ਬੰਗਾਲੀ ਇੱਕ ਦੂਜੇ ਦੇ ਖਿਲਾਫ ਹਿੰਸਾ ਨੂੰ ਬਹਾਦਰੀ ਸਮਝ ਲੈਂਦੇ ਨੇ। ਏਦਾਂ ਦੀਆਂ ਕੁਝ ਪ੍ਰਵਿਰਤੀਆਂ ਪੰਜਾਬ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਜਾਂਦੀਆਂ। ਮੇਰੇ ਮੁਤਾਬਕ ਬੇਸਿਕ ਪ੍ਰੋਬਲਮ ਸਾਡੀ ਮਰਦ ਮਾਨਸਿਕਤਾ ਦੇ ਵਿੱਚ ਹੈ, ਇੱਕ ਤਰ੍ਹਾਂ ਦੀ ਕਬਾਇਲੀ ਮਾਨਸਿਕਤਾ ਦੇ ਵਿੱਚ ਆ। ਉਹ ਤਰੱਕੀ ਜ਼ਾਬਤਾ ਸ਼ਹਿਰਾਂ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਜਾਂਦੀ ਆ, ਜਿਹੜੀ ਅਸੀਂ ਹੁਣ ਤਾਜ਼ਾ ਘਟਨਾ ਜੀ ਦੇ ਪ੍ਰਸੰਗ ਦੇ ਵਿੱਚ ਗੱਲ ਕਰ ਰਹੇ ਹਾਂ ਉਹਦੇ 'ਚ ਵੇਖ ਸਕਦੇ ਹਾਂ। ਅਜੀਤ ਜੀ, ਵੈਸਟਰਨ ਕੱਪੜੇ ਪਾਉਣ ਦਾ ਇਲਜ਼ਾਮ ਕੁੜੀਆਂ ਤੇ ਲੱਗ ਰਿਹਾ ਕਿ ਵੈਸਟਰਨ ਕੱਪੜੇ ਪਾ ਰਹੀਆਂ, ਇਹਦੇ ਕਾਰਨ ਕੁੜੀਆਂ ਨਾਲ ਛੇੜਛਾੜ ਹੁੰਦੀ ਆ। ਪਰ ਕੀ ਇਹ ਰੂਲ ਬੰਦਿਆਂ ਵਾਸਤੇ ਵੀ ਵੈਲਿਡ ਆ ਕਿ ਸਿਰਫ ਔਰਤਾਂ ਤੱਕ ਹੀ ਸੀਮਿਤ ਆ? ਕਿਉਂਕਿ ਨੇਤਾ ਜੀ ਜਦੋਂ ਬਿਆਨ ਦੇ ਰਹੇ ਸੀ ਆਪ ਉਹਨਾਂ ਨੇ ਵੈਸਟਰਨ ਕੱਪੜੇ ਪਾਏ ਸੀ, ਟੀ-ਸ਼ਰਟ ਪਾਈ ਹੋਈ ਸੀ ਜੇ ਮੈਂ ਰੋਂਗ ਨਹੀਂ ਆ, ਜਾਂ ਸ਼ਰਟ ਪਾਈ ਹੋਈ ਸੀ। ਗੱਲ ਤਾਂ ਹਰਪ੍ਰੀਤ ਜੀ ਉੱਥੇ ਹੀ ਫਿਰ ਚੱਲ ਪੈਂਦੀ ਹੈ ਕਿ ਅਸੀਂ ਸਮੇਂ ਦੇ ਅਨੁਸਾਰ ਬਹੁਤ ਵੱਡੀਆਂ ਤਬਦੀਲੀਆਂ ਚਾਹੁੰਦੇ ਆ, ਆਰਥਿਕ ਤਬਦੀਲੀਆਂ ਚਾਹੁੰਦੇ ਆ, ਜਿਹੜੀਆਂ ਇਨਫਰਾਸਟ੍ਰਕਚਰਲ ਤਬਦੀਲੀਆਂ ਉਹ ਚਾਹੁੰਦੇ ਆ, ਐਜੂਕੇਸ਼ਨਲ ਪੱਧਰ ਤੇ ਤਬਦੀਲੀਆਂ ਚਾਹੁੰਦੇ ਆ, ਕਾਮਰਸ ਦੇ ਪੱਧਰ ਤੇ ਤਬਦੀਲੀਆਂ ਚਾਹੁੰਦੇ ਆ। ਪਰ ਉਹ ਸਾਰੀਆਂ ਤਬਦੀਲੀਆਂ ਦੇ ਨਾਲ ਜਿਸ ਮਾਨਸਿਕ ਤਬਦੀਲੀ ਦੀ ਲੋੜ ਹੈ ਉਹ ਤੋਂ ਅਸੀਂ ਮੁਨਕਰ ਹੋਈ ਜਾਂਦੇ ਆ। ਇਹ ਸਮੇਂ ਦੀ ਚਾਲ ਹੈ ਕਿ ਜੇ ਤੁਸੀਂ ਇੱਕ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਟੋਟਲ ਹੋਲਸਮ ਤਬਦੀਲੀ ਲਿਆਉਂਦੇ ਆ ਤਾਂ ਉਹਦੇ ਨਾਲ ਤੁਹਾਡੀ ਜਾਂ ਸੁਸਾਇਟੀ ਦੀ ਜਿਹੜੀ ਸੋਚ ਹੈ, ਜੇ ਉਹਦੇ ਵਿੱਚ ਚੇਂਜ ਅਸੀਂ ਨਹੀਂ ਲਿਆਉਂਦੇ ਜਾਂ ਆਉਂਦੀ ਹੋਈ ਚੇਂਜ ਨੂੰ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ ਹੈਗੇ ਤਾਂ ਇਹੋ ਜਿਹੀਆਂ ਮੁਸ਼ਕਲਾਂ ਸਾਹਮਣੇ ਆਉਣਗੀਆਂ। ਪਰ ਇਹਦੇ ਨਾਲ ਵੱਡੀ ਚੀਜ਼ ਇਹ ਹੈ ਕਿ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਸਾਡੀਆਂ ਜਿਹੜੀਆਂ ਪ੍ਰਸ਼ਾਸਨਿਕ ਖਾਮੀਆਂ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਪੱਧਰ ਤੇ ਸਾਹਮਣੇ ਲਿਆਉਂਦੀਆਂ ਨੇ। ਸਰਕਾਰ ਨੂੰ ਪਤਾ ਹੈ ਕਿ ਇੱਥੇ ਲੋਕਾਂ ਦਾ ਵਰਤਾਰਾ, ਇਹੋ ਜਿਹੇ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਸੋਚ ਪਾਰਟੀਆਂ ਕਰਨ ਦੀ ਹੈ, ਉਹ ਇਹੋ ਜਿਹੀ ਸੋਚ ਹੈ ਜਿੱਥੇ ਮੁੰਡੇ ਕੁੜੀਆਂ ਨੇ ਇਕੱਠੇ ਹੋ ਕੇ ਜਾਂ ਮਰਦ ਔਰਤਾਂ ਨੇ ਜਾ ਕੇ ਰੈਸਟੋਰੈਂਟਾਂ 'ਚ ਕਲੱਬਾਂ 'ਚ ਜਾਣਾ ਹੈ, ਉੱਥੇ ਉਹਨਾਂ ਦਾ ਉਸ ਹਿਸਾਬ ਦਾ ਖਾਣ ਪੀਣ ਹੋਣਾ ਹੈ ਜਿਹਦੇ ਨਾਲ ਉਹ ਆ ਕੇ ਬਾਹਰ ਵੀ ਥੋੜੀ ਬਹੁਤੀ ਹੱਲੜਬਾਜੀ ਜਾਂ ਕਹਿ ਲਓ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਸਕਦੇ ਨੇ, ਆਪਣੀ ਐਕਸਾਈਟਮੈਂਟ ਦਾ ਇਜ਼ਹਾਰ ਕਰ ਸਕਦੇ ਨੇ। ਪੁਲਿਸ ਵੀ ਉੱਥੇ ਲਾ ਦਿੱਤੀ ਗਈ ਹੈ। ਜੇ ਪੁਲਿਸ ਦੇ ਲਾਉਣ ਤੋਂ ਬਾਅਦ ਫਿਰ ਜਿਵੇਂ ਤੁਸੀਂ ਦੱਸਿਆ ਕਿ ਤੀਜੇ ਦਿਨ ਜਾ ਕੇ FIR ਦਰਜ ਹੁੰਦੀ ਹੈ, ਕ੍ਰਾਈਮ ਪੁਲਿਸ ਦੇ ਸਾਹਮਣੇ ਹੋ ਰਿਹਾ ਹੈ, ਪਰ FIR ਜਦੋਂ ਕੋਈ ਦਰਜ ਕਰਵਾਏਗਾ ਜਾਂ ਪੋਲੀਟੀਕਲ ਪ੍ਰੈਸ਼ਰ ਬਣੇਗਾ ਜਾਂ ਪਬਲਿਕ ਦਾ ਗੁੱਸਾ ਸਾਹਮਣੇ ਆਏਗਾ ਤਾਂ ਦਰਜ ਹੋਣੀ ਹੈ। ਇਹ ਇੱਕ ਕਿਹੋ ਜਿਹੀ ਪ੍ਰਸ਼ਾਸਨਿਕ ਜਿਹੜੀ ਹੈਗੀ ਘਾਟ ਜਾਂ ਕਮੀ ਹੈ ਕਿ ਜਦੋਂ ਪੁਲਿਸ ਦੇ ਸਾਹਮਣੇ ਹੀ ਕ੍ਰਾਈਮ ਹੋ ਰਿਹਾ ਤਾਂ ਪੁਲਿਸ ਨੂੰ ਤਾਂ ਆਪਣੇ ਆਪ ਸੁਮੋਟੋ ਦੀ ਰਿਪੋਰਟ ਦਰਜ ਕਰਕੇ ਉਹਨੂੰ ਕੰਟਰੋਲ ਕਰਕੇ ਦੋਸ਼ੀਆਂ ਨੂੰ ਫੜਨਾ ਚਾਹੀਦਾ। ਇਹਦੇ ਵਿੱਚ ਕਿਤੇ ਨਾ ਕਿਤੇ ਪਾਰਟੀਆਂ ਦੀ ਪੋਲੀਟੀਕਲ ਵਿਲ ਕੰਮ ਕਰਦੀ ਹੈ ਜਾਂ ਇਹੋ ਜਿਹੀਆਂ ਘਟਨਾਵਾਂ ਨੂੰ ਪੋਲੀਟੀਕਲ ਰੰਗਣ ਦੇਣ ਦੀ ਜਿਹੜੀ ਇੱਕ ਉਹਨਾਂ ਦਾ ਝੁਕਾਅ ਹੈ ਉਹ ਵੀ ਕੰਮ ਕਰਦਾ ਹੈ। ਸੋ ਜੇ ਇੱਕ ਅਸੀਂ ਸਿਹਤਮੰਦ
ਨਵੀਂ ਸੁਸਾਇਟੀ ਕ੍ਰੀਏਟ ਕਰਨੀ ਚਾਹੁੰਦੇ ਆ ਤਾਂ ਜ਼ਰੂਰ ਇੱਥੇ ਮੈਂ ਕਿਸੇ ਪਾਰਟੀ ਬਾਰੇ ਨਹੀਂ ਕਹਿੰਦਾ, ਕਿਉਂਕਿ ਕਦੇ ਕਿਸੇ ਥਾਂ ਤੇ ਉੱਤੇ ਇੱਕ ਪਾਰਟੀ ਦੀ ਸਰਕਾਰ ਹੁੰਦੀ ਹੈ, ਦੂਜੇ ਥਾਂ ਤੇ ਦੂਜੀ ਹੁੰਦੀ ਹੈ। ਉਹ ਚੀਜ਼ ਵਾਸਤੇ ਤਬਦੀਲ ਦੀ ਲੋੜ ਹੈ। ਰਹੀ ਉਸ ਪੋਲੀਟੀਸ਼ੀਅਨ ਦੀ, ਸ਼ਾਇਦ ਅਬੂ ਆਜ਼ਮੀ ਉਹਨਾਂ ਦਾ ਨਾਮ ਹੈ, ਕਿ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹੋ ਜਿਹੇ ਕੱਪੜੇ ਨਹੀਂ ਪਾਉਣੇ ਚਾਹੀਦੇ, ਇਹੋ ਜਿਹੇ ਪਾਉਣੇ ਚਾਹੀਦੇ ਨੇ। ਪਰ ਜੇ ਇਹਦੇ ਨਾਲ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਉਹਨਾਂ ਦੇ ਪਰਿਵਾਰ ਦੀ, ਸ਼ਾਇਦ ਉਹਨਾਂ ਦੀ ਲੜਕੀ ਹੈ ਜਾਂ ਕੋਈ ਹੋਰ ਔਰਤ ਮੈਂਬਰ ਜਿਹੜੀ ਹੈਗੀ, ਸ਼ਾਇਦ ਟੀਵੀ ਸੀਰੀਅਲਸ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਉਹ ਕੰਮ ਕਰਦੇ ਨੇ। ਸੋ ਜਿਸ ਪਰਿਵਾਰ ਦੇ ਵਿੱਚ ਇਹੋ ਜਿਹਾ ਮਾਹੌਲ ਹੋਵੇ, ਉਹ ਆ ਕੇ ਇਸ ਚੀਜ਼ ਦੇ ਉੱਤੇ ਇਸ ਚੀਜ਼ ਦੀ ਸਿੱਖਿਆ ਦੇਵੇ ਕਿ ਕੱਪੜੇ ਇਹੋ ਜਿਹੇ ਪਾਉਣੇ ਚਾਹੀਦੇ ਨੇ। ਇੱਕ ਤਾਂ ਇਹ ਗੱਲ ਹੀ ਕਿਤੇ ਤਰਕ ਸੰਗਤ ਨਹੀਂ ਹੈਗੀ। ਫਿਰ ਗੱਲ ਇਹ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਨਵੀਂ ਐਜੂਕੇਸ਼ਨ, ਨਵੇਂ ਰਹਿਣ ਸਹਿਣ ਦੇ ਵਿੱਚ ਢਾਲਣਾ ਚਾਹੁੰਦੇ ਆ, ਤਾਂ ਉਸ ਕਲਚਰ ਨੂੰ ਅਪਣਾਉਂਦੇ ਹੋਏ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ, ਪਹਿਨਣ ਦੀ ਮਾਨਸਿਕਤਾ ਦੇ ਵਿੱਚ, ਖਾਣ ਦੀ ਮਾਨਸਿਕਤਾ ਦੇ ਵਿੱਚ ਕੋਈ ਚੇਂਜ ਨਾ ਹੋਵੇ। ਇਸ ਚੀਜ਼ ਨੂੰ ਨਹੀਂ ਮੰਨਿਆ ਚਾਹੀਦਾ। ਇਹ ਚੇਂਜ ਆਏਗੀ। ਸੋ ਇਹੋ ਜਿਹੀ ਸੋਚ ਜਿਵੇਂ ਉਹਨਾਂ ਨੇ ਕਹੀ ਹੈ, ਇੱਕ ਬਹੁਤ ਹੀ, ਮੈਂ ਪਛਾਣ ਖਿੱਚੂ ਵੀ ਨਹੀਂ ਕਹੂੰਗਾ, ਇਸ ਚੀਜ਼ ਨੂੰ ਪਛਾਣ ਖਿੱਚੂ ਤੋਂ ਵੱਧ ਅਸੀਂ ਇਹ ਕਹਿ ਸਕਦੇ ਹਾਂ ਕਿ ਕੁਝ ਵੀ ਜਾਣਨ ਦੀ, ਸਮਝਣ ਦੀ ਸਮਰੱਥਾ ਉਹਨਾਂ ਲੋਕਾਂ ਕੋਲ ਨਹੀਂ। ਘੜੀਆਂ ਕਸੀਆਂ ਪਿੱਟੀਆਂ ਗੱਲਾਂ ਕਰੀ ਜਾਂਦੇ ਨੇ, ਪਰ ਜਿੱਥੇ ਪੋਲੀਟੀਕਲ ਕਲਾਸ ਨੂੰ ਧਿਆਨ ਦੀ ਜਿਹੜੀ ਲੋੜ ਹੈ, ਉੱਥੇ ਉਹ ਦੇਣਾ ਨਹੀਂ ਚਾਹੁੰਦੇ ਹੈਗੇ, ਜਾਂ ਉਹਨਾਂ 'ਚ ਇਹ ਸਮਝੇ ਉਹ ਧਿਆਨ ਦੇਣ ਦੀ ਹੋੜ ਨਹੀਂ। ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ, ਪਰ ਇਹਨਾਂ ਗੱਲਾਂ 'ਚੋਂ ਇੱਕ ਗੱਲ ਜਾਂ ਦੋਵੇਂ ਗੱਲਾਂ ਜ਼ਰੂਰ ਮੈਨੂੰ ਉਹਨਾਂ ਲੋਕਾਂ 'ਚ ਲੱਗਦੀਆਂ ਨੇ। ਚਾਹੇ ਕਰਨਾਟਕਾ ਦੇ ਮਿਨਿਸਟਰ ਦੀ ਗੱਲ ਕਰੀਏ, ਚਾਹੇ ਮਹਾਰਾਸ਼ਟਰ ਦੇ ਮਿਨਿਸਟਰ ਦੀ ਗੱਲ ਕਰੀਏ, ਇੱਕ ਤੁਹਾਨੂੰ ਸਰਕੂਲਰ ਜੋ ਜਾਰੀ ਹੋਇਆ ਡਿਪਟੀ ਕਮਿਸ਼ਨਰ ਆਫ ਕਾਰਗਿਲ ਤੋਂ ਤੁਸੀਂ ਸਾਰੇ ਹੀ ਜਾਣੂ ਜੋ, ਕਾਰਗਿਲ ਦੇ ਵਿੱਚ ਇੱਕ ਸਰਕੂਲਰ ਜਾਰੀ ਹੁੰਦਾ ਵਾ ਡੀਸੀ ਵੱਲੋਂ, ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮੰਡੇ ਅਤੇ ਸੈਟਰਡੇ, ਸੋਮਵਾਰ ਅਤੇ ਸ਼ਨੀਵਾਰ ਨੂੰ ਆਫਿਸਾਂ ਦੇ ਵਿੱਚ ਜੋ ਡਰੈਸ ਆ, ਉੱਥੋਂ ਦੀ ਲੋਕਲ ਡਰੈਸ ਆ, ਗੌਂਚਾ ਤੇ ਸੁਲਚਕਸ, ਆਮ ਨਾਟ ਸ਼ੋਰ ਜੇ ਇਹ ਵਰਡਸ ਮੈਂ ਰਾਈਟ ਪ੍ਰੋਨਾਉਂਸ ਕਰ ਰਿਹਾ, ਪਰ ਉੱਥੋਂ ਦੀ ਲੋਕਲ ਐਡਰੈਸ ਆ, ਉਹ ਪਾ ਕੇ ਆਉਣੀ ਹੋਊਗੀ। ਮੈਂ ਫਿਰ ਤੋਂ ਦੱਸਦਾ, ਡੀਸੀ ਸਰਕੂਲਰ ਜਾਰੀ ਕਰਕੇ ਆਂਦਾ ਹੈ, ਸੋਮਵਾਰ ਤੇ ਸੈਟਰਡੇ ਨੂੰ ਜੋ ਕਾਰਗਿਲ ਦੇ ਲੋਕਲ ਐਡਰੈਸ ਆ, ਉੱਥੋਂ ਦੇ ਦਫ਼ਤਰਾਂ 'ਚ ਕੰਮ ਕਰਨ ਵਾਲੇ EMPLOYEES ਨੂੰ ਉਹ ਪਾ ਕੇ ਆਣੀ ਹੋਊਗੀ। ਨਾਲ ਹੀ ਸਰਕੂਲਰ ਵਿੱਚ ਇਹ ਵੀ ਲਿਖ ਦਿੱਤਾ ਗਿਆ, ਜੋ EMPLOYEES ਸੈਂਟਰ ਦੇ ਨੇ, ਜੋ ਬਾਹਰੋਂ ਆ ਕੇ ਕੰਮ ਕਰ ਰਹੇ ਨੇ, ਉਹਨਾਂ ਉੱਤੇ ਇਹ ਰੂਲ ਲਾਗੂ ਨਹੀਂ ਹੁੰਦਾ। सीपी सिंह जी, कि ये सही तरीका वा अपनी सभ्यता, अपनी लोकल भाषा नूं प्रमोट करना, या फिर इहदे नाल किते ना किते तुसीं लोकां दा गुस्सा या लोकां 'च अपने प्रति नफरत ही पैदा कर रहे जो? हरबीर जी, जे तुसीं मैनूं अलाउ करो तो मैं बैंगलोर इंसीडेंट तो शुरू करना चाहूँगा। प्लीज गो अहेड। देखो हरबीर जी, जो भी बैंगलोर ਦੇ ਵਿੱਚ ਵਾਪਰਿਆ ਨਿਊ ਈਅਰ ਈਵ ਦੇ ਵਾਲੇ ਦਿਨ ਬਹੁਤ ਮੰਦਭਾਗਾ ਸੀਗਾ, ਲੇਕਿਨ ਮੇਰੇ ਸਾਥੀ ਪੈਨਲਿਸਟ ਨੇ ਬਾਰ-ਬਾਰ ਇਸ ਚੀਜ਼ ਨੂੰ ਕਿਹਾ ਕਿ ਸਾਨੂੰ ਵੈਸਟਰਨ ਡਰੈਸਸ ਨੂੰ ਨਹੀਂ ਰੋਕਣਾ ਚਾਹੀਦਾ, ਸਾਨੂੰ ਇਦਾਂ ਦੇ ਪਹਿਰਾਵੇ ਤੇ ਕਿਸੇ ਤੇ ਰੋਕ ਨਹੀਂ ਲਾਣੀ ਚਾਹੀਦੀ, ਸਾਨੂੰ ਆਪਣੀ ਜਿਹੜੀ ਮੇਲ ਦੀ ਮਾਨਸਿਕਤਾ ਹੈ ਉਸ ਤੇ ਵੀ ਧਿਆਨ ਰੱਖਣਾ ਚਾਹੀਦਾ। ਪਰ ਹਰਬੀਰ ਜੀ, ਇੱਕ ਚੀਜ਼ ਇੱਥੇ ਧਿਆਨ ਦੇਣ ਯੋਗ ਹੈ, ਮੈਂ ਅਪੋਜ਼ ਨਹੀਂ ਕਰਦਾ ਕਿਸੇ ਨੂੰ, ਜਦੋਂ ਅਸੀਂ ਕਿਸੇ ਦੀ ਪਰਸਨੈਲਿਟੀ ਨੂੰ ਜੱਜ ਕਰਦੇ ਹਾਂ ਤਾਂ ਉਹਦੇ ਵਿੱਚ ਉਹਨਾਂ ਦਾ ਪਹਿਰਾਵਾ ਵੀ ਕਾਊਂਟ ਹੁੰਦਾ ਹੈ, ਉਹਨਾਂ ਦੀ ਚਾਲ ਢਾਲ ਔਰ ਉਹਨਾਂ ਦਾ ਬੋਲਣ ਦਾ ਢੰਗ ਵੀ ਕਾਊਂਟ ਹੁੰਦਾ ਹੈ। ਸੋ ਜੇ ਅਸੀਂ ਇਦਾਂ ਦੀ ਚੀਜ਼ ਨੂੰ ਰਿਸਟ੍ਰਿਕਟ ਕਰ ਲਾਂਗੇ ਜਾਂ ਅਸੀਂ ਇਹ ਚੀਜ਼ ਕਵਾਂਗੇ ਕਿ ਵੈਸਟਰਨ ਡਰੈਸ ਪਾਉਣਾ ਹੀ ਗਲਤ ਹੈ, ਤਾਂ ਇਹ ਵੀ ਚੀਜ਼ ਸਹੀ ਨਹੀਂ ਹੋਊਗੀ। ਨਿਊ ਈਅਰ ਈਵ ਵਾਲੇ ਦਿਨ ਮਾਹੌਲ ਕੁਝ ਇਦਾਂ ਦਾ ਹੁੰਦਾ ਹੈ, ਔਰ ਬੈਂਗਲੌਰ ਦੇ ਵਿੱਚ ਖਾਸ ਕਰਕੇ ਅਗਰ ਮੈਂ ਗੱਲ ਕਰਾਂ ਤਾਂ ਉੱਥੇ ਜਿਹੜੇ ਸਟੂਡੈਂਟਸ प्लस ਜਿਹੜੇ ਮਾਈਗ੍ਰੈਂਟਸ ਨੇ ਬੱਚੇ ਜਾਂ EMPLOYEES ਨੇ, ਮੇਲ ਹੋਣ ਚਾਹੇ ਫੀਮੇਲਸ ਹੋਣ, ਆਲ ਓਵਰ ਇੰਡੀਆ ਤੋਂ IT ਸੈਕਟਰ ਲੈ ਲਓ ਜਾਂ ਉੱਥੇ ਕੁਝ ਹੋਰ ਇਦਾਂ ਦੇ ਸੈਕਟਰਸ ਨੇ ਜਿਨ੍ਹਾਂ ਦੇ ਵਿੱਚੋਂ ਜੌਬਸ ਕਰਦੇ ਨੇ, ਜਿਹੜੇ ਕਿ PGs ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਨਾਲ ਕਿ ਪੇਰੈਂਟਸ ਮੋਸਟਲੀ ਜਿਨ੍ਹਾਂ ਦੇ ਨਾਲ ਨਹੀਂ ਰਹਿੰਦੇ। ਸੋ ਉੱਥੇ ਇਦਾਂ ਦਾ ਮਾਹੌਲ ਅਗਰ ਅਸੀਂ ਕ੍ਰੀਏਟ ਕਰਾਂਗੇ ਔਰ ਇਦਾਂ ਦੇ ਡਰੈਸਅਪ ਪਾ ਕੇ ਜਾਵਾਂਗੇ ਜਿਹਦੇ ਵਿੱਚ ਐਕਸਪੋਜ਼ ਹੋਏਗਾ, ਉੱਥੇ ਤੁਸੀਂ ਠੀਕ ਹੈ ਕੁਝ ਇੱਕ ਮੇਲ ਮਾਨਸਿਕਤਾ ਵਾਲੇ ਬੰਦੇ, ਜਿਹੜੇ ਕਿ ਸਹੀ ਮਾਨਸਿਕਤਾ ਵਾਲੇ ਬੰਦੇ, ਉਹ ਤਾਂ ਕੰਟਰੋਲ ਕਰ ਪਾਣਗੇ, ਪਰ ਉਹਨਾਂ ਦੀ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ, ਔਰ ਜਿਹੜੀ ਮੈਜੋਰਿਟੀ ਆਫ ਪਰਸੈਂਟੇਜ ਹੁੰਦੀ ਹੈ, ਉਹ ਜਿਹੜੇ ਉਹ ਉਸ ਚੀਜ਼ ਨੂੰ ਕੰਟਰੋਲ ਨਹੀਂ ਕਰ ਪਾਉਂਦੇ, ਤਾਂ ਹੀ ਇਦਾਂ ਦੇ ਇਨਸੀਡੈਂਟ ਹੁੰਦੇ ਨੇ। ਬਟ ਅਸੀਂ ਇਸ ਚੀਜ਼ ਨੂੰ ਮੁਨਕਰ ਨਾ ਹੋਈਏ ਕਿ ਸਾਨੂੰ ਆਪਣੇ ਪਹਿਰਾਵੇ ਵੱਲ ਵੀ ਧਿਆਨ ਰੱਖਣਾ ਚਾਹੀਦਾ ਹੈ।
आई थिंक मेरी ऑडियो नहीं आ रही. हेलो. No, we can hear you. You are pretty loud. CP Singh ji, you are good. I think CP Singh ji ਨੂੰ ਸ਼ਾਇਦ ਉਹਨਾਂ ਦੀ ਆਡੀਓ ਆ ਰਹੀ ਹੈ ਬਟ ਸ਼ਾਇਦ ਕੋਈ ਇਸ਼ੂ ਆ ਰਿਹਾ ਵਾ ਪਰ ਐਨੀਵੇ ਸਾਡੇ ਕੋਲ ਟਾਈਮ ਜ਼ਿਆਦਾ ਨਹੀਂ ਬਚਿਆ ਸੋ ਆਪਣੀ ਮਾਨਸਿਕਤਾ ਨੂੰ ਵੀ ਜਿਹੜਾ ਉਹ ਕੰਟਰੋਲ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਲੇਕਿਨ ਸਾਨੂੰ ਮੈਂ ਇਸ ਚੀਜ਼ ਤੇ ਬਿਲਕੁਲ ਨਹੀਂ ਐਗਰੀ ਕਰੂੰਗਾ ਕਿ ਸਾਨੂੰ ਆਪਣੇ ਡਰੈਸਅਪ ਵੱਲ ਧਿਆਨ ਜਿਹੜਾ ਉਹ ਨਹੀਂ ਦੇਣਾ ਚਾਹੀਦਾ ਸਾਨੂੰ ਡਰੈਸਅਪ ਵੱਲ ਵੀ ਧਿਆਨ ਦੇਣਾ ਚਾਹੀਦਾ ਉਹ ਚੀਜ਼ ਵੀ ਸਾਨੂੰ ਪ੍ਰੋਵੋਕ ਕਰਦੀ ਹੈ ਮੇਲ ਮਾਨਸਿਕਤਾ ਨੂੰ ਪ੍ਰੋਵੋਕ ਕਰਦੀ ਹੈ ਆਈ ਥਿੰਕ ਜੇ ਅਸੀਂ ਸਾਰੇ ਦਾ ਸਾਰਾ ਦੋਸ਼ ਸਿਸਟਮ ਤੇ ਦੇ ਦਾਂਗੇ ਉਹ ਵੀ ਠੀਕ ਨਹੀਂ ਹੋਏਗਾ ਸਿਸਟਮ ਇਹਦੇ ਵਿੱਚ ਜ਼ਰੂਰ ਦੋਸ਼ੀ ਹੈ ਲੇਕਿਨ ਸਿਸਟਮ ਵੀ ਉਹਨਾਂ ਦੋਸ਼ੀ ਨਹੀਂ ਹੈ ਜਿੰਨੇ ਕਿ ਅਸੀਂ ਖੁਦ ਦੋਸ਼ੀ ਹਾਂ ਸਾਨੂੰ ਇਸ ਚੀਜ਼ ਤੋਂ ਬਿਲਕੁਲ ਗੁਰੇਜ਼ ਕਰਨਾ ਚਾਹੀਦਾ ਹਰਪ੍ਰੀਤ ਜੀ ਜੇ ਅਸੀਂ ਐਦਾਂ ਦੀ ਕੱਪੜੇ ਪਾ ਕੇ ਚੱਲਾਂਗੇ ਤਾਂ ਬੈਂਗਲੌਰ ਦੀ ਗੱਲ ਹੈ ਤੁਸੀਂ ਚੰਡੀਗੜ੍ਹ ਦੀ ਗੱਲ ਕਰੋ ਚੰਡੀਗੜ੍ਹ ਦੀ ਯੂਨੀਵਰਸਿਟੀਜ਼ ਦੇ ਵਿੱਚ ਚੰਡੀਗੜ੍ਹ ਦੇ ਮਾਹੌਲ ਦੇ ਵਿੱਚ ਚੰਡੀਗੜ੍ਹ ਦੇ ਪਬਲਿਕ ਪਲੇਸਿਸ ਦੇ ਵਿੱਚ ਐਦਾਂ ਦੀਆਂ ਡਰੈਸਅਪ ਤੁਹਾਨੂੰ ਮਿਲ ਜਾਣਗੀਆਂ ਜਿਹੜੀਆਂ ਕਿ ਮੈਂ ਇਹ ਨਹੀਂ ਕਹੂੰਗਾ ਕਿ ਮੈਂ ਬਹੁਤ ਨੈਰੋ ਸੋਚ ਦੇ ਨਾਲ ਗੱਲ ਕਰ ਰਿਹਾ ਬਟ ਤੁਸੀਂ ਇੱਕ ਐਦਾਂ ਦੀ ਡਰੈਸ ਪਾਉਂਦੇ ਹੋ ਜਿਹਨੂੰ ਕਿ 10 ਬੰਦੇ 20 ਬੰਦੇ ਐਦਾਂ ਦੀ ਮਾਨਸਿਕਤਾ ਵਾਲੇ ਤੁਹਾਨੂੰ ਸਟੇਅਰ ਕਰ ਰਹੇ ਹੁੰਦੇ ਆ ਦੇਖ ਰਹੇ ਹੁੰਦੇ ਗਲਤ ਨਿਗਾਹ ਦੇ ਨਾਲ ਔਰ ਤੁਸੀਂ ਕਿਵੇਂ ਉਹਨਾਂ ਨੂੰ ਪ੍ਰੋਵੋਕ ਨਹੀਂ ਕਰੋਗੇ ਔਰ ਕਿੱਦਾਂ ਇਹੋ ਜਿਹੇ ਇਨਸੀਡੈਂਟ ਨੂੰ ਰੋਕ ਲਓਗੇ ਸੋ ਇਸ ਚੀਜ਼ ਨੂੰ ਵੀ ਧਿਆਨ ਰੱਖਣਾ ਜ਼ਰੂਰੀ ਹੈ ਵੈਸਟਰਨਾਈਜ਼ ਹੋਣਾ ਬਹੁਤ ਜ਼ਰੂਰੀ ਹੈ ਨੋ ਡਾਊਟ ਅਸੀਂ ਡਿਵੈਲਪ ਕੰਟਰੀ ਵੱਲ ਵਧ ਰਹੇ ਹਾਂ ਲੇਕਿਨ ਵੈਸਟਰਨ ਦੇ ਵਿੱਚ ਵੀ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਨਗੇਨ ਨੂੰ ਮੋਰੀ ਰੱਖੀਏ ਅਸੀਂ ਵੈਸਟਰਨ ਦੇ ਵਿੱਚ ਵੀ ਐਦਾਂ ਦੇ ਕੱਪੜੇ ਪਾ ਸਕਦੇ ਆ ਜਿਹੜੇ ਕਿ ਬਹੁਤ ਰਿਸਪੈਕਟੇਬਲ ਔਰ ਬਹੁਤ ਸੋਹਣੇ ਲੱਗਦੇ ਹਨ ਸੋ ਇਸ ਚੀਜ਼ ਨੂੰ ਸਾਰੇ ਦਾ ਸਾਰਾ ਦੋਸ਼ ਸਿਸਟਮ ਤੇ ਨਹੀਂ ਕਿਉਂਕਿ ਸਿਸਟਮ ਨੂੰ ਵੀ ਅਸੀਂ ਜੇ ਦੇਖੀਏ ਤਾਂ ਕੱਲ 1500 ਉੱਥੇ ਪੁਲਿਸਮੈਨ ਡਿਪਲੋਇਡ ਕੀਤੇ ਹੋਏ ਸੀ ਉਹਨਾਂ ਨੇ ਸੀਸੀਟੀਵੀ ਕੈਮਰਾਜ਼ ਵੀ ਲੱਗੇ ਹੋਏ ਸੀਗੇ ਸਾਰੀ ਦੀ ਸਾਰੀ ਘਟਨਾ ਜਿਹੜੀ ਉਹਦੇ ਵਿੱਚ ਕੈਸ਼ ਹੋ ਗਈ ਹੋਏਗੀ ਲੇਕਿਨ ਫਿਰ ਵੀ ਅਸੀਂ ਬਿਲਕੁਲ ਜਦੋਂ ਸਾਨੂੰ ਪਤਾ ਹੈ ਕਿ ਉੱਥੇ ਡਾਂਸ ਕਲੱਬਸ ਨੇ ਜਾਂ ਨਿਊ ਈਅਰ ਈਵ ਦੇ ਵਿੱਚ ਐਦਾਂ ਦੇ ਪ੍ਰੋਗਰਾਮਸ ਹੁੰਦੇ ਨੇ ਔਰ ਐਦਾਂ ਦੇ ਲੋਕ ਵੀ ਸ਼ਮੂਲੀਅਤ ਕਰਦੇ ਆ ਸੋ ਉਸ ਚੀਜ਼ ਤੋਂ ਸਾਨੂੰ ਹੋਰ ਜ਼ਿਆਦਾ ਸਿਕਿਉਰਿਟੀ ਸਟ੍ਰਿਕਟ ਕਰਨੀ ਚਾਹੀਦੀ ਹੈ ਮੈਂ ਬਿਲਕੁਲ ਸਮਝਦਾ ਉੱਥੇ ਜਿਹੜਾ ਸਿਸਟਮ ਹੈ ਜਾਂ ਜਿਹੜਾ ਸਾਡਾ ਐਡਮਿਨਿਸਟ੍ਰੇਟਰ ਕੰਮ ਹੈ ਉਹ ਵੀ ਉੱਥੇ ਇਫੈਕਟ ਹੁੰਦਾ ਹੈ ਜਾਂ ਉਹ ਵੀ ਦੋਸ਼ੀ ਹੈ ਲੇਕਿਨ ਇੱਕ ਚੀਜ਼ ਹੋਰ ਸਾਹਮਣੇ ਆਈ ਹਰਪ੍ਰੀਤ ਜੀ ਮੈਂ ਜਦੋਂ ਕੱਲ ਜਾਂ ਪਰਸੋਂ ਨਿਊਜ਼ ਵੀ ਪੜ੍ਹ ਰਿਹਾ ਸੀ ਤਾਂ ਉਹਦੇ ਵਿੱਚ ਨੀਚੇ ਕੁਝ ਲੋਕਾਂ ਨੇ ਐਸੇ ਕਮੈਂਟ ਪਾਏ ਹੋਏ ਸੀ ਜਿਹੜੇ ਕਿ ਸਾਨੂੰ ਜਿਹੜੀ ਸਾਡੇ ਨਾਰਥ ਇੰਡੀਆ ਨੂੰ ਟਾਰਗੇਟ ਕਰਕੇ ਪਾਏ ਹੋਏ ਸੀ ਉਹ ਚੀਜ਼ਾਂ ਜਿਹੜੀਆਂ ਉਹ ਚੀਜ਼ਾਂ ਸਾਨੂੰ ਆਪਸ ਦੇ ਵਿੱਚ ਕਲੈਸ਼ ਕਰਨ ਲਈ ਪ੍ਰੋਵੋਕ ਕਰਦੀਆਂ ਉਹਨਾਂ ਨੇ ਸਾਫ਼ ਤੇ ਸਪਸ਼ਟ ਕਈਆਂ ਨੇ ਤਾਂ ਇੱਥੇ ਤੱਕ ਲਿਖਿਆ ਹੋਇਆ ਸੀ ਕਿ ਨਾਰਥ ਦੇ ਲੋਕ ਹੈ ਜਿਹੜੇ ਖਾਸ ਕਰਕੇ ਨਾਰਥ ਰੀਜਨ ਦੇ ਲੋਕ ਜਿਹੜੇ ਉੱਥੇ ਜਾਂਦੇ ਆ ਉਹ ਇਦਾਂ ਦੀ ਸ਼ਬਦਾਵਲੀ ਜਾਂ ਇਦਾਂ ਦੇ ਜਿਹੜੇ ਕੱਪੜੇ ਪਾਉਂਦੇ ਔਰ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਮੈਂ ਇਹ ਚੀਜ਼ ਨਹੀਂ ਸਮਝਦਾ ਕਿਉਂਕਿ ਸਾਰੇ ਨਾਰਥ ਇੰਡੀਅਨ ਉੱਥੇ ਨਹੀਂ ਹੁੰਦੇ ਉੱਥੇ ਸਾਊਥ ਇੰਡੀਅਨ ਤੋਂ ਵੀ ਲੋਕ ਹੁੰਦੇ ਸਾਰੇ ਹੁੰਦੇ ਨੇ ਲੇਕਿਨ ਸਾਨੂੰ ਫਿਰ ਵੀ ਇਸ ਚੀਜ਼ ਨੂੰ ਵਿਚਾਰਨਾ ਪਏਗਾ ਕਿ ਸਾਡੀ ਜਿਹੜੀ ਡਰੈਸਅਪ ਹੈ ਉਹ ਇਹੋ ਜਿਹੀ ਨਾ ਹੋਵੇ ਮੈਂ ਰੋਕ ਨਹੀਂ ਲਾਉਂਗਾ ਕਿਸੇ ਦੇ ਉੱਪਰ ਲੇਕਿਨ ਦੇਖੋ ਆਪਣੇ ਆਪ ਤੋਂ ਸੋਚ ਦੇ ਵਿੱਚ ਚਾਹੀਦਾ ਹੈ ਕਿ ਇਹੋ ਜਿਹੀ ਡਰੈਸਅਪ ਨਾ ਹੋਵੇ ਜਿਹੜੀ ਕਿ ਦੂਸਰੇ ਗਲਤ ਮਾਨਸਿਕਤਾ ਵਾਲੇ ਲੋਕਾਂ ਨੂੰ ਪ੍ਰੋਵੋਕ ਕਰੇ ਔਰ ਇਦਾਂ ਦੇ ਇਨਸੀਡੈਂਟ ਜਿਹੜੇ ਕਿ ਨਿਊ ਈਅਰ ਈਵ ਤੇ ਹੋਇਆ ਇਦਾਂ ਦੇ ਇਨਸੀਡੈਂਟਾਂ ਨੂੰ ਹੋਰ ਅੰਜਾਮ ਨਾ ਦੇਣ ਸੋ ਮੇਰਾ ਕਹਿਣਾ ਸਿਰਫ ਇਹ ਥੈਂਕ ਯੂ ਸੀਪੀ ਸਿੰਘ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਨਾਲੇ ਜੋ ਤੁਸੀਂ ਅਖੀਰ ਵਿੱਚ ਡਿਬੇਟ ਓਪਨ ਕੀਤਾ ਡਿਬੇਟ ਵੱਲ ਇਸ਼ਾਰਾ ਕੀਤਾ ਕਿ ਕੱਪੜੇ ਕਿੱਦਾਂ ਦੇ ਪਾਉਣੇ ਚਾਹੀਦੇ ਨੇ ਅਗੇਨ ਮੈਂ ਡਿਬੇਟ ਦੇ ਸ਼ੁਰੂ 'ਚ ਹੀ ਕਿਹਾ ਸੀ ਮੈਂ ਇਸ ਕੰਟਰੋਵਰਸੀ ਉੱਤੇ ਜਾਂ ਇਸ ਟੌਪਿਕ ਉੱਤੇ ਡਿਬੇਟ ਨਹੀਂ ਕਰਨਾ ਚਾਹੁੰਦਾ ਜਿੱਦਾਂ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ਭਗਤੀ ਦੇ ਸਰਟੀਫਿਕੇਟ ਜੇ ਲੈਣੇ ਹੋਣ बीजेपी तो ऑफिस तो मिलते ने करप्शन दे या ऑनेस्टी दे सर्टिफिकेट लेने होन ते आम आदमी पार्टी दे दफ्तर तो मिलते ने शायद सानू हुण एक पॉलिटिकल पार्टी बनाउण दी लोड़ आ जिहड़ी इह दस्से कि किहड़े कपड़े तुसीं पा सकदे जो या किहड़े कपड़े एप्लीकेबल ही नहीं आ तुसीं नहीं पा सकदे जिद्दां मैं तुहानूं पहिलां दस चुकिया वां डिबेट नंबर 2 च असीं दिल्ली तो लाइव करन जा रहे हैं तुहाडे नाल गलबात करांगे दिल्ली दे नागरिकां नाल जाणांगे कि डीमोनेटाइजेशन दी अजे एग्जैक्ट सिचुएशन की आ इत्थे असीं लैंदे छोटी जी ब्रेक ते ब्रेक तो बाद फिर हाजिर हुंदे आ